ਜਾਵਾਂਗਾ। ਹਾਲੇਲੂਇਆ, ਥੈਂਕ ਯੂ ਲਾਰਡ, ਹਾਲੇਲੂਇਆ। ਸਾਰੇ ਆਪਣੀ ਜਗ੍ਹਾ ਤੇ ਬੈਠ ਜਾਈਏ। ਸਵਾਗਤ ਹੈ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਕਿੰਨੇ ਜਣੇ ਖੁਸ਼ ਆ? ਮੈਨੂੰ ਪਤਾ ਨਹੀਂ ਅੱਜ ਕਿਉਂ ਖੁਸ਼ੀ ਜੀ ਹੋਈ ਜਾ ਰਹੀ ਆ। ਹਾਲੇਲੂਇਆ, 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 ਥੈਂਕ ਯੂ ਹੋਲੀ ਸਪਿਰਿਟ, ਹਾਲੇਲੂਇਆ। ਉਹ ਖੁਦਾਵੰਦ ਜੀ, ਅਸੀਂ ਮੰਗਦੇ ਹਾਂ ਮੇਰੇ ਪਰਮੇਸ਼ਵਰ, ਅੱਜ ਦਾ ਵਚਨ ਖੁਦਾਵੰਦ ਜੀ ਤੁਹਾਡੇ ਵੱਲੋਂ ਹੋਵੇ। ਮੇਰੇ ਪਰਮੇਸ਼ਵਰ, ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਭੇਜ ਕੇ ਚੜਾਉਂਦੇ ਹੋ। ਮੇਰੇ ਖੁਦਾਵੰਦ ਜੀ, ਮੈਂ ਖੁਦਾਵੰਦ, ਮੇਰੀ ਇਹ ਦੁਆ ਹੈ ਅੱਜ ਕਿ ਅੱਜ ਇੱਕ ਇੱਕ ਜਨ ਛੁਡਾਇਆ ਜਾਵੇ। ਮੇਰੇ ਪਰਮੇਸ਼ਵਰ, ਉਹ ਖੁਦਾਵੰਦ ਜੀ, ਇਨਸਾਨ ਦੇ ਦੁਆਰਾ ਤਾਂ ਇਹ ਪੋਸੀਬਲ ਨਹੀਂ ਹੈ ਮੇਰੇ ਪਰਮੇਸ਼ਵਰ, ਪਰ ਤੁਹਾਡੀ ਆਤਮਾ ਦੇ ਦੁਆਰਾ ਹਰ ਕੰਮ ਪੋਸੀਬਲ ਹੈ ਮੇਰੇ ਪਰਮੇਸ਼ਵਰ। ਉਹ ਖੁਦਾਵੰਦ ਜੀ, ਮੈਂ ਬਲੀਵ ਕਰਦਾ ਅੱਜ ਦਾ ਵਚਨ ਮੇਰੇ ਖੁਦਾਵੰਦ ਤੁਸੀਂ ਮੈਨੂੰ ਦਿੱਤਾ ਹੈ। ਮੇਰੇ ਪਰਮੇਸ਼ਵਰ, ਤੁਹਾਡਾ ਵਚਨ ਅੱਜ ਇੱਕ ਇੱਕ ਜਨ ਦੇ ਹਿਰਦਿਆਂ ਦੇ ਵਿੱਚ ਘਰ ਕਰ ਜਾਵੇ ਮੇਰੇ ਪਰਮੇਸ਼ਵਰ ਜੀ। ਅਤੇ ਖੁਦਾਵੰਦ ਜੀ, ਇਸ ਵਚਨ ਦੇ ਦੁਆਰਾ 100 ਗੁਣਾ ਫਲ ਆਵੇ ਮੇਰੇ ਪਰਮੇਸ਼ਵਰ। ਜ਼ਿੰਦਗੀਆਂ ਬਦਲ ਜਾਣ ਮੇਰੇ ਖੁਦਾਵੰਦ ਜੀ, ਸੇਮ ਨਾ ਰਹਿਣ ਖੁਦਾਵੰਦ ਜੀ। ਅਤੇ ਖੁਦਾਵੰਦ ਜੀ, ਇਹ ਜਿਹੜੇ ਇੱਕ ਇੱਕ ਜਨ ਮੇਰੇ ਖੁਦਾਵੰਦ ਜੀ ਇੱਥੇ ਬੈਠੇ ਆ ਮੇਰੇ ਖੁਦਾਵੰਦ ਜੀ, ਇਹ ਤੁਹਾਡੇ ਮਾਈਟੀ ਵਾਰੀਅਰਸ ਬਣ ਜਾਣ ਮੇਰੇ ਖੁਦਾਵੰਦ ਜੀ। ਨੇਸ਼ਨਸ ਨੂੰ, ਕਮਿਊਨਿਟੀਜ਼ ਨੂੰ, ਸ਼ਹਿਰਾਂ ਨੂੰ ਚੇਂਜ ਕਰਨ ਵਾਲੇ ਹੋਣ ਮੇਰੇ ਖੁਦਾਵੰਦ ਜੀ। ਤੁਹਾਡੀ ਵੱਡੀ ਬੇਦਾਰੀ ਖੁਦਾਵੰਦ ਜੀ ਇਸ ਚਰਚ ਦੇ ਦੁਆਰਾ ਆਵੇ ਮੇਰੇ ਖੁਦਾਵੰਦ ਜੀ। ਇਹ ਮੰਗਦੇ ਆ ਪ੍ਰਭੂ ਯਿਸੂ ਦੇ ਨੇਕ ਤੇ ਜਲਾਲੀ ਨਾਮ ਦੇ ਵਿੱਚ, ਆਮੇਨ, ਹਾਲੇਲੂਇਆ, ਹਾਲੇਲੂਇਆ। ਮੈਨੂੰ ਆਲਰੇਡੀ ਅਨੋਇੰਟਿੰਗ ਫੀਲ ਹੋ ਰਹੀ ਹੈ ਅੱਜ। ਮੈਂ ਤੁਹਾਡੇ ਲਈ ਵਚਨ ਪੜ੍ਹਾਂਗਾ ਇੱਕ ਰੋਮਨਸ, ਰੋਮੀਓ ਦੀ ਪੱਤਰੀ, ਉਹਦਾ 3 ਅਧਿਆਏ, ਉਹਦੀ 23 ਆਇਤ। ਰੋਮਨਸ ਚੈਪਟਰ 3 ਵਰਸ 23। ਇਹਦੇ ਵਿੱਚ ਲਿਖਿਆ, ਇਸ ਲਈ ਕਿ ਸਭ ਨੇ ਪਾਪ किया है और परमेश्वर की महिमा से रहित हैं। इसलिए कि सब ने पाप किया है और परमेश्वर की महिमा से रहित हैं। For all have sinned and fall short of the glory of God. Hallelujah. ਇੱਥੇ ਲਿਖਿਆ ਕਿ ਹਰ ਇੱਕ ਇਨਸਾਨ ਜਿਹੜਾ ਧਰਤੀ ਤੇ ਆਇਆ ਉਹਨੇ ਪਾਪ ਕੀਤਾ, ਤੇ ਪਾਪ ਕਰਨ ਦੇ ਦੁਆਰਾ ਕੀ ਹੋਇਆ? ਪਰਮੇਸ਼ਵਰ ਦੀ ਮਹਿਮਾ ਤੋਂ ਹਰ ਇਨਸਾਨ ਰਹਿਤ ਹੋ ਗਿਆ। ਇਹਦਾ ਕੀ ਮਤਲਬ ਕਿ ਪਹਿਲਾਂ ਜਿਹੜਾ ਇਨਸਾਨ ਆ ਉਹਦੇ ਵਿੱਚ ਪਰਮੇਸ਼ਵਰ ਦੀ ਗਲੋਰੀ ਸੀਗੀ, ਪਰਮੇਸ਼ਵਰ ਦੀ ਮਹਿਮਾ ਸੀਗੀ, ਪਰ ਪਾਪ ਕਰਨ ਦੇ ਦੁਆਰਾ ਉਹ ਜਿਹੜੀ ਗਲੋਰੀ ਇਨਸਾਨ ਦੇ ਵਿੱਚੋਂ ਨਿਕਲ ਗਈ। ਇਹ ਜਦੋਂ ਆਪਾਂ ਵੈਸੇ ਹੀ ਪੜ੍ਹ ਜਾਂਦੇ, ਸ਼ਾਇਦ ਮੈਂ ਤੁਹਾਨੂੰ ਪਿਛਲੇ ਮੇਰੇ ਖਿਆਲ 3 ਵੀਕ ਤੋਂ ਇਹ ਦੱਸਦਾ ਆ ਰਿਹਾ ਕਿ ਜਦੋਂ ਵੀ ਆਪਾਂ ਪਰਮੇਸ਼ਵਰ ਦਾ ਵਚਨ ਪੜ੍ਹਦੇ ਆਪਾਂ ਨੂੰ ਬਹੁਤ ਸਲੋਲੀ ਪੜ੍ਹਨਾ ਚਾਹੀਦਾ ਆ, ਕਿਉਂਕਿ ਉਹਦੇ ਵਿੱਚ ਬਹੁਤ ਗੂੜੇ ਭੇਦ ਛਿਪੇ ਹੁੰਦੇ ਆ। ਪਰ ਕਈ ਵਾਰੀ ਜਦੋਂ ਆਪਾਂ ਇੱਕਦਮ ਪੜ੍ਹ ਕੇ ਚੱਲ ਜਾਂਦੇ ਆਪਾਂ ਨੂੰ ਨੋਰਮਲ ਜਿਹੀ ਆਇਤ ਲੱਗਦੀ ਆ, ਪਰ ਜਦੋਂ ਆਪਾਂ ਉਹਦੇ ਉੱਤੇ ਮਨਨ ਕਰਦੇ ਆ, ਉਹਨੂੰ ਬਾਰ-ਬਾਰ ਉਹਦੇ ਵਿੱਚੋਂ ਹੋਲੀ ਸਪਿਰਿਟ ਦੇ ਦੁਆਰਾ ਪ੍ਰਾਰਥਨਾ ਕਰਕੇ ਆਪਾਂ ਹੋਲੀ ਸਪਿਰਿਟ ਨੂੰ ਕਹਿੰਦੇ ਕਿ ਸਾਨੂੰ ਇਹਦਾ ਭੇਦ ਸਮਝਾਓ, ਤਾਂ ਹੋਲੀ ਸਪਿਰਿਟ ਆਲ ਦਾ ਟਾਈਮ ਸਾਨੂੰ ਇੱਕ ਨਵਾਂ ਰੈਵਲੇਸ਼ਨ ਦਿੰਦੇ ਆ। ਤੇ ਮੈਨੂੰ ਵੀ ਇਹਦੇ ਵਿੱਚੋਂ ਨਵਾਂ ਰੈਵਲੇਸ਼ਨ ਮਿਲਿਆ ਆ ਕਿ ਪਹਿਲਾਂ ਜਿਹੜਾ ਇਨਸਾਨ ਸੀਗਾ ਉਹਦੇ ਵਿੱਚ ਪਰਮੇਸ਼ਵਰ ਦੀ ਗਲੋਰੀ ਸੀਗੀ, ਪਰ ਪਾਪ ਕਰਨ ਦੇ ਦੁਆਰਾ ਉਹ ਪਰਮੇਸ਼ਵਰ ਦੀ ਗਲੋਰੀ ਇਨਸਾਨ ਦੇ ਅੰਦਰੋਂ ਖਤਮ ਹੋ ਗਈ। ਜਿੱਦਾਂ ਕਿ ਇੱਕ ਪੁਤਲਾ ਨਹੀਂ ਹੁੰਦਾ, ਪੁਤਲੇ ਦੇ ਵਾਂਗੂ ਬਣ ਗਿਆ ਕਿ ਪਹਿਲਾਂ ਇੱਕ ਜੀਂਦਾ ਜਾਗਦਾ ਉਹ ਇਨਸਾਨ ਸੀਗਾ, ਪਰ ਜਿਹੜੀ ਜਿੱਦਾਂ ਕਹਿ ਲਓ ਕਿ ਇੱਕ ਟੋਏ ਆ, ਟੋਏ ਦੇ ਵਿੱਚੋਂ ਸੈੱਲ ਕੱਢ ਲਓ, ਉਹ ਇੱਕ ਪੁਤਲਾ ਰਹਿ ਜਾਂਦਾ। ਇੱਦਾਂ ਜਦੋਂ ਇਨਸਾਨ ਦੇ ਅੰਦਰੋਂ ਪਰਮੇਸ਼ਵਰ ਦੀ ਗਲੋਰੀ ਕੱਢ ਦਿੱਤੀ ਗਈ, ਉਹ ਇੱਕ ਪੁਤਲਾ ਰਹਿ ਗਿਆ। ਉਹ ਜਿੱਦਾਂ ਦਾ ਪਹਿਲਾਂ ਸੀਗਾ ਗਲੋਰੀਅਸ ਜਿਹੜੇ ਸਰੀਰ ਸੀਗੇ ਇਨਸਾਨ ਦੇ, ਉਹ ਗਲੋਰੀ ਨਿਕਲ ਗਈ ਉਹਦੇ ਵਿੱਚੋਂ। ਇਹ ਤੋਂ ਸਾਨੂੰ ਕੀ ਪਤਾ ਲੱਗਦਾ ਕਿ ਜਿਹੜਾ ਪਾਪ ਆ, ਜਿਹੜਾ ਸਿਨ ਆ, ਉਹ ਇੱਕ ਤੁਹਾਡਾ ਅਲਟੀਮੇਟ ਐਨੀਮੀ ਆ। ਜਿਹੜਾ ਹਿਊਮਨ ਆ, ਜਿਹੜਾ ਇਨਸਾਨ ਆ, ਇਨਸਾਨ ਦਾ ਜਿਹੜਾ ਸਭ ਤੋਂ ਵੱਡਾ ਐਨੀਮੀ ਆ, ਪਾਪ ਆ। ਕਿਉਂਕਿ ਜਿਹੜਾ ਪਾਪ ਆ, ਪਾਪ ਦੇ ਦੁਆਰਾ ਜਿਹੜਾ ਇਨਸਾਨ ਆ ਪਰਮੇਸ਼ਵਰ ਦੀ ਪ੍ਰੈਜ਼ੈਂਸ ਤੋਂ ਵੱਖਰਾ ਕਰ ਦਿੱਤਾ ਗਿਆ। ਇਹ ਸਿਰਫ ਇਹ ਪਾਪ ਹੀ ਸੀਗਾ। ਪਹਿਲਾਂ ਆਪਾਂ ਪੜ੍ਹਦੇ ਹਾਂ ਬੁੱਕ ਆਫ ਜੈਨੇਸਿਸ ਦੇ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਵਰ ਐਵਰੀ ਸਿੰਗਲ ਡੇ ਅਦਨ ਦੇ ਬਾਗ ਦੇ ਵਿੱਚ ਆਉਂਦੇ ਸੀਗੇ। ਇੱਦਾਂ ਹੀ ਹੈ, ਐਵਰੀ ਸਿੰਗਲ ਡੇ, ਤੇ ਇਨਸਾਨ ਨੂੰ ਫੇਸ ਟੂ ਫੇਸ ਦਰਸ਼ਨ ਦਿੰਦੇ ਸੀਗੇ। ਐਵਰੀ ਸਿੰਗਲ ਡੇ ਇਨਸਾਨ ਦੇ ਨਾਲ ਗੱਲਾਂ ਕਰਦੇ ਸੀਗੇ, ਸਾਰਾ ਕੁਛ ਹੁੰਦਾ ਸੀਗਾ। ਪਰ ਇਹ ਪਾਪ ਹੀ ਸੀਗਾ ਜਿਹਦਾ ਕਰਕੇ ਆਦਮ ਤੇ ਹਵਾ ਨੂੰ ਜਿਹੜਾ ਗਾਰਡਨ ਆਫ ਈਡਨ ਆ, ਅਦਨ ਦਾ ਬਾਗ ਆ, ਉਹਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਸਿਰਫ ਉਹਦੇ ਵਿੱਚੋਂ ਹੀ ਬਾਹਰ ਨਹੀਂ ਕੱਢਿਆ ਗਿਆ, ਜਿਹੜੀ ਪਰਮੇਸ਼ਵਰ ਦੀ ਹਜ਼ੂਰੀ ਸੀਗੀ, ਪਰਮੇਸ਼ਵਰ ਦੀ ਹਜ਼ੂਰੀ ਤੋਂ ਵੀ ਉਹਨੂੰ ਅਲੱਗਾ ਕਰ ਦਿੱਤਾ ਗਿਆ। ਪਾਪ ਬਹੁਤ ਡੇਂਜਰਸ ਚੀਜ਼ ਆ, ਵੈਰੀ ਡੇਂਜਰਸ ਚੀਜ਼ ਆ। ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਕਿ ਕਿੱਦਾਂ ਵਰਕ ਕਰਦਾ ਆ। ਬੁੱਕ ਆਫ ਜੇਮਸ ਚੈਪਟਰ 1, ਬੁੱਕ ਆਫ ਜੇਮਸ, ਯਾਕੂਬ ਦੀ ਕਿਤਾਬ, ਉਹਦਾ ਪਹਿਲਾ ਅਧਿਆਇ 14 ਤੋਂ ਲੈ ਕੇ 15 तक। परंतु प्रत्येक व्यक्ति अपनी ही अभिलाषा से खिंचकर और फंसकर परीक्षा में पड़ता है। फिर अभिलाषा गर्भवती होकर पाप को जन्मती है, और पाप जब बढ़ जाता है तो मृत्यु को उत्पन्न करता है। हालेलुया। सिर्फ एक वर्ष दे विच जिहड़ा जेम्स सीगा, जेम्स दे बारे में दसदा तुहानूं, जिहड़ा याकूब सीगा ਉਹ ਪ੍ਰਭੂ ਯਿਸੂ ਦਾ ਸਕਾ ਭਰਾ ਸੀਗਾ। ਜਿਹੜੇ ਭਰਾ ਸੀਗੇ ਨਾ, ਉਹਨਾਂ ਦੇ ਵਿੱਚੋਂ ਯਿਸੂ ਮਸੀਹ ਦੇ ਭਰਾਵਾਂ ਦੇ ਵਿੱਚੋਂ ਇੱਕ ਸੀਗਾ ਜੇਮਸ। ਜੇ ਜੇਮਸ ਦੀ ਤੁਸੀਂ ਬੁੱਕ ਪੜ੍ਹੋ, ਲਗਭਗ ਬਾਈਬਲ ਦੀਆਂ ਜਿਹੜੀਆਂ ਸਭ ਤੋਂ ਛੋਟੀਆਂ ਕਿਤਾਬਾਂ ਉਹਨਾਂ ਦੇ ਵਿੱਚੋਂ ਇੱਕ ਆ। ਬਹੁਤ ਛੋਟੀ ਕਿਤਾਬ ਆ, ਪਰ ਵੈਰੀ ਪਾਵਰਫੁਲ ਬੁੱਕ ਆ। ਮੈਂ ਤੁਹਾਨੂੰ ਇਨਕਰੇਜ ਕਰਦਾ ਕਿ ਤੁਸੀਂ ਵੀ ਸ਼ਾਇਦ ਅੱਧੇ ਘੰਟੇ ਦੇ ਵਿੱਚ ਸਾਰੀ ਬੁੱਕ ਪੜ੍ਹਦੇ ਹੋ, ਪਰ ਇਹ ਬਹੁਤ ਪਾਵਰਫੁਲ ਬੁੱਕ ਆ। ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਜੇਮਸ ਸੀਗਾ, ਉਹਨੇ ਕਾਫੀ ਟਾਈਮ ਜੀਸਸ ਦੇ ਨਾਲ ਸਪੈਂਡ ਕੀਤਾ ਸੀ। ਕਿਉਂਕਿ ਬਚਪਨ ਤੋਂ ਛੋਟੇ ਹੁੰਦੇ, ਓਬਵੀਅਸਲੀ ਜਦੋਂ ਆਪਾਂ ਭੈਣ ਭਰਾ ਹੁੰਦੇ ਆਪਾਂ ਇੱਕ ਦੂਜੇ ਦੇ ਨਾਲ ਟਾਈਮ ਸਪੈਂਡ ਕਰਦੇ ਆ, ਤਾਂ ਕਰਕੇ ਜਦੋਂ ਵੀ ਮੈਂ ਬੁੱਕ ਆਫ ਜੇਮਸ ਪੜ੍ਹਦਾ ਮੈਨੂੰ ਬਹੁਤ ਪਾਵਰਫੁਲ ਲੱਗਦੀ। ਇੰਨੀ ਪਾਵਰਫੁਲ ਆ, ਇੰਨੀ ਡੀਪ ਆ, ਬਹੁਤ ਗੂੜੇ ਭੇਦ ਆ ਇਹਦੇ ਵਿੱਚ, ਬੁੱਕ ਆਫ ਜੇਮਸ ਦੇ ਵਿੱਚ। ਇੱਕ ਵਾਰੀ ਫਿਰ ਮੈਂ ਤੁਹਾਡੇ ਲਈ ਪੜ੍ਹ ਦੇਣਾ। परंतु प्रत्येक व्यक्ति अपनी ही अभिलाषा से खिंचकर, अभिलाषा ਜਿਹੜੀਆਂ ਸਾਡੀਆਂ ਡਿਜ਼ਾਇਰਸ ਆ, ਜਿਹੜੀ ਸਾਡੇ ਮਨ ਦੇ ਵਿੱਚ ਇੱਕ ਡਿਜ਼ਾਇਰ ਹੁੰਦੀ ਆ, ਅਭਿਲਾਸ਼ਾ ਹੁੰਦੀ ਆ ਕਿ ਮੈਂ ਆਹ ਕੰਮ ਕਰਨਾ, ਅਭਿਲਾਸ਼ਾ ਸੇ ਖਿੱਚ ਕਰ ਔਰ ਫਸ ਕਰ ਪ੍ਰੀਖਿਆ ਮੇਂ ਪੜਤਾ ਹੈ। ਕਹਿੰਦੇ ਜਦੋਂ ਸਾਡੇ ਦਿਲ ਦੇ ਵਿੱਚ ਅਭਿਲਾਸ਼ਾ ਆਉਂਦੀ ਆ, ਉਹ ਸਾਨੂੰ ਕੀ ਆ, ਖਿੱਚ ਲੈਂਦੀ ਆ, ਤੇ ਅਸੀਂ ਉਹਦੇ ਵਿੱਚ ਫਸ ਜਾਂਦੇ ਆ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ, ਈਵ ਦੀ, ਜਿਹੜੀ ਹਵਾ ਸੀਗੀ, ਉਹਨੇ ਜਦੋਂ ਜਿਹੜਾ ਫਲ ਲੱਗਾ ਸੀ, ਪਰਮੇਸ਼ਵਰ ਨੇ ਕਿਹਾ ਸੀ ਨਹੀਂ ਖਾਣਾ, ਉਹਨੇ ਉਹਨੂੰ ਦੇਖਿਆ, ਦੇਖ ਕੇ ਕੀ ਉਹਨੇ ਕਿਹਾ ਕਿ ਦੇਖ ਅੱਖਾਂ ਨੂੰ ਸੋਹਣਾ ਲੱਗਦਾ ਹੈ ਨਾ। ਤੇ ਜਦੋਂ ਉਹਦੀਆਂ ਅੱਖਾਂ ਨੂੰ ਸੋਹਣਾ ਲੱਗਾ, ਉਹਦੇ ਦਿਲ ਦੇ ਵਿੱਚ ਅਭਿਲਾਸ਼ਾ ਆਈ ਕਿ ਮੈਂ ਇਹਨੂੰ ਖਾਵਾਂ, ਤੇ ਉਹ ਕੀ ਅਭਿਲਾਸ਼ਾ ਦੇ ਵਿੱਚ ਫਸ ਗਈ। ਏਦਾਂ ਹੀ ਆ, ਕਨਫਰਮ ਕਰਦਾ ਨਾ ਪਰਮੇਸ਼ਵਰ ਦੇ ਵਚਨ ਨੂੰ, ਇਹ ਐਗਜ਼ਾਮਪਲ ਕਨਫਰਮ ਕਰਦੀ ਆ। फिर अभिलाषा गर्भवती होकर पाप को जनती है। फिर ਉਹਦੇ ਕੀ ਆ, ਉਹਦੇ ਜਿਹੜੀ ਅਭਿਲਾਸ਼ਾ ਸੀ ਉਹ ਗਰਭਵਤੀ ਹੋਈ, ਤਾਂ ਉਹਨੇ ਕੀ, ਪਾਪ ਨੂੰ ਜਨਮ ਦਿੱਤਾ। ਪਾਪ ਨੂੰ ਕੀ ਜਨਮ ਦਿੱਤਾ ਕਿ ਜਿਹੜਾ ਪਰਮੇਸ਼ਵਰ ਨੇ ਕਿਹਾ ਸੀ ਫਲ ਨਹੀਂ ਖਾਣਾ, ਉਹਨੇ ਫਲ ਖਾ ਲਿਆ। ਏਦਾਂ ਹੀ ਹੋਇਆ, ਜਦੋਂ ਉਹ ਗਰਭਵਤੀ ਹੋਈ, ਉਹਨੇ ਪਾਪ ਨੂੰ ਜਨਮ ਦਿੱਤਾ। ਪਾਪ ਬੌਰਨ ਹੋ ਗਿਆ, ਉਤੋਂ ਸਿਨ ਬੌਰਨ ਹੋਇਆ। और पाप जब बढ़ जाता है तो मृत्यु को उत्पन्न करता है। हालेलुया। ਜਦੋਂ ਪਾਪ ਇੱਕ ਬੇਬੀ ਦੇ ਵਾਂਗੂ ਆ, ਜਦੋਂ ਉਹ ਬੌਰਨ ਹੁੰਦਾ ਆ, ਸ਼ਾਇਦ ਉਦੋਂ ਕੁਛ ਨਹੀਂ ਹੁੰਦਾ, ਪਰ ਜਦੋਂ ਪਾਪ ਵੱਧਦਾ ਚਲਾ ਜਾਂਦਾ, ਤੇ ਉਹ ਕੀ ਆ, ਡੈਥ ਲੈ ਕੇ ਆਉਂਦਾ। ਏਦਾਂ ਹੀ ਹੋਈ ਜਦੋਂ ਈਵ ਨੇ, ਜਦੋਂ ਹਵਾ ਨੇ ਉਹ ਫਲ ਖਾ ਲਿਆ, ਫਲ ਖਾਂਦੇ ਸਾਰ ਤਾਂ ਨਹੀਂ ਕੁਛ ਹੋਇਆ। ਪਰਮੇਸ਼ਵਰ ਆਏ ਆ, ਪਰਮੇਸ਼ਵਰ ਨੇ, ਇਹ ਲੁਕ ਗਏ ਬਾਅਦ ਵਿੱਚ। ਇੱਦਾਂ ਹੈ, ਐਡਮ ਤੇ ਈਵ ਲੁਕ ਗਏ। ਪਰਮੇਸ਼ਵਰ ਨੇ ਕਿਹਾ ਕਿੱਥੇ ਹੋ, ਉਹਨਾਂ ਨੇ ਕਿਹਾ ਪਰਮੇਸ਼ਵਰ ਅਸੀਂ ਲੁਕੇ ਹੋਏ ਆ ਕਿਉਂਕਿ ਅਸੀਂ ਨੰਗੇ ਆ। ਪਰਮੇਸ਼ਵਰ ਨੇ ਕਿਹਾ ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਨੰਗੇ ਹੋ, ਕੀ ਤੁਸੀਂ ਉਹ ਫਲ ਖਾ ਲਿਆ? ਉਹ ਜਿਹੜਾ ਪਾਪ ਸੀਗਾ ਵੱਧਦਾ ਗਿਆ। ਵਧਿਆ ਕਿੱਦਾਂ? ਬਜਾਏ ਕਿ ਉਹ ਰਿਪੈਂਟ ਕਰਦੇ, ਪਰਮੇਸ਼ਵਰ ਦੇ ਪੈਰਾਂ ਦੇ ਵਿੱਚ ਡਿੱਗ ਕੇ ਰਿਪੈਂਟ ਕਰਦੇ, ਪਰ ਉਹਨਾਂ ਨੇ ਕੀ ਕੀਤਾ, ਪਰਮੇਸ਼ਵਰ ਤੋਂ ਲੁਕ ਗਏ। ਏਦਾਂ ਹੀ ਕੀਤਾ ਇੱਕ ਹੋਰ ਪਾਪ। ਇਹੀ ਸੇਮ ਜਿੱਦਾਂ ਅੱਜ ਕੱਲ੍ਹ ਹਿਊਮਨ ਕਰਦੇ ਆ, ਆਪਾਂ ਕਰਦੇ ਆ, ਕਿ ਪਾਪ ਜਦੋਂ ਹੋ ਜਾਂਦਾ ਆ, ਬਜਾਏ ਕਿ ਉਹਦੇ ਅਸੀਂ ਰਿਪੈਂਟ ਕਰੀਏ ਪਰਮੇਸ਼ਵਰ ਕੋਲੋਂ, ਅਸੀਂ ਲੁਕਦੇ ਆ, ਉਹ ਪਾਪ ਨੂੰ ਢੱਕਣ ਦੀ ਕੋਸ਼ਿਸ਼ ਕਰਦੇ। ਪਰਮੇਸ਼ਵਰ ਨੇ ਪਾਪ ਤਾਂ ਢੱਕ ਦਿੱਤਾ, ਪਰ ਉਹ ਪਾਪ ਦੇ ਦੁਆਰਾ ਮ੍ਰਿਤਿੂ ਜ਼ਰੂਰ ਆਈ, ਮਰ ਗਏ ਉਹ ਜਿਹੜੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਪੈਦਾ ਕੀਤਾ ਸੀ। ਉਹਨਾਂ ਨੇ ਮਰਨਾ ਨਹੀਂ ਸੀਗਾ, ਪਰ ਸਿਰਫ ਇੱਕ ਪਾਪ ਦਾ ਕਰਕੇ। ਮਤਲਬ ਮੈਂ ਤੁਹਾਨੂੰ ਸਮਝਾਉਣ ਦੀ ਟਰਾਈ ਕਰ ਰਿਹਾ ਕਿ ਸੀਰੀਅਸਨੈਸ, ਪਾਪ ਦੀ ਸੀਰੀਅਸਨੈਸ ਕਿੰਨੀ ਆ, ਕਿ ਕਿੰਨਾ ਇਹ ਸੀਰੀਅਸ ਇਸ਼ੂ ਆ ਪਾਪ ਦਾ। ਹਾਲੇਲੂਇਆ।
ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਪਾਪ ਆ ਉਹ ਮ੍ਰਿਤਿੂ ਲੈ ਕੇ ਆਉਂਦਾ। ਮ੍ਰਿਤਿੂ ਜਿਹੜੀ ਡੈਥ ਆ, ਡੈਥ ਸਿਰਫ ਸਰੀਰ ਦੇ ਮਰਨ ਦੀ ਨਹੀਂ ਹੁੰਦੀ। ਜਿਹੜਾ ਪਾਪ ਆ, ਸਭ ਤੋਂ ਪਹਿਲਾਂ ਉਹਨੇ ਕੀ ਕੀਤਾ, ਜਿਹੜੇ ਐਡਮ ਤੇ ਈਵ ਦੀ ਸੀ, ਜਿਹੜੀ ਉਹਨਾਂ ਦੀ ਸਪਿਰਿਚੁਅਲ ਲਾਈਫ ਸੀ, ਆਤਮਿਕ ਜ਼ਿੰਦਗੀ ਸੀ, ਉਹਨੂੰ ਮਾਰ ਦਿੱਤਾ। ਇੱਦਾਂ ਹੀ ਹੋਇਆ। ਐਵਰੀ ਸਿੰਗਲ ਡੇ ਪਰਮੇਸ਼ਵਰ ਨੂੰ ਉਹ ਮਿਲਦੇ ਸੀ, ਉਹਨਾਂ ਦੀ ਸਪਿਰਿਚੁਅਲ ਲਾਈਫ ਸੀਗੀ, ਪਰਮੇਸ਼ਵਰ ਦੀ ਬੰਦਗੀ ਕਰਦੇ ਸੀਗੇ, ਤਾਂ ਉਹਨੇ ਸਭ ਤੋਂ ਪਹਿਲਾਂ ਸਪਿਰਿਚੁਅਲ ਲਾਈਫ ਖਤਮ ਕਰ ਦਿੱਤੀ। ਆਤਮਿਕ ਡੈਥ, ਆਤਮਿਕ ਮ੍ਰਿਤਿੂ। ਦੂਜੇ ਨੰਬਰ ਤੇ ਫੈਮਿਲੀ ਲਾਈਫ। ਜਦੋਂ ਪਾਪ ਤੁਹਾਡੀ ਲਾਈਫ ਦੇ ਵਿੱਚ ਹੁੰਦਾ ਆ, ਉਹ ਤੁਹਾਡੀ ਫੈਮਿਲੀ ਨੂੰ ਡਿਸਟਰੋਏ ਕਰ ਦਿੰਦਾ, ਫੈਮਿਲੀ ਲਾਈਫ ਖਤਮ ਹੋ ਜਾਂਦੀ ਆ। ਤੀਜਾ ਕੀ ਆ? ਫਾਈਨੈਂਸਿਸ ਤੁਹਾਡੇ। ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਇੱਕ ਵਿਅਭਿਚਾਰੀ ਬੰਦਾ ਆ, ਉਹ ਕੀ ਕਰਦਾ? ਆਪਣੀ ਛਾਤੀ ਤੇ ਅੰਗਾਰੇ ਰੱਖਦਾ। ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਵਿਅਭਿਚਾਰੀ ਬੰਦਾ ਆ, ਉਹਦੀ ਬੁੱਧੀ ਭ੍ਰਸ਼ਟ ਹੋ ਜਾਂਦੀ, ਉਹਦੀ ਬੁੱਧੀ ਬੰਦ ਹੋ ਜਾਂਦੀ ਆ। ਉਹ ਸਹੀ ਡਿਸੀਜ਼ਨ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਲੈ ਸਕਦਾ ਜਿਹੜਾ ਵਿਅਭਿਚਾਰ ਕਰਨ ਵਾਲਾ ਬੰਦਾ ਆ। ਤਾਂ ਓਬਵੀਅਸਲੀ ਜੇ ਤੁਸੀਂ ਵਿਅਭਿਚਾਰ ਦੇ ਵਿੱਚ ਆ, ਤੁਸੀਂ ਪਾਪ ਦੇ ਵਿੱਚ ਆ, ਤੁਸੀਂ ਆਪਣੇ ਫਾਈਨੈਂਸਿਸ, ਆਪਣੀ ਜੌਬ, ਆਪਣੇ ਬਿਜ਼ਨਸ ਦੇ ਬਾਰੇ ਕਦੀ ਵੀ ਸਹੀ ਡਿਸੀਜ਼ਨ ਨਹੀਂ ਲੈ ਸਕੋਗੇ। ਤੁਹਾਡੇ ਫਾਈਨੈਂਸਿਸ ਦੀ ਡੈਥ, ਮ੍ਰਿਤਿੂ, ਖਤਮ। ਉਸ ਤੋਂ ਬਾਅਦ ਕੀ ਹੁੰਦਾ? ਸਿਕਨੈਸ, ਡਿਜ਼ੀਜ਼। ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜਾ ਸ਼ੈਤਾਨ ਆ, ਲੀਗਲੀ ਤੁਹਾਨੂੰ ਅਟੈਕ ਨਹੀਂ ਕਰ ਸਕਦਾ, ਤੁਹਾਨੂੰ ਬਿਮਾਰੀ ਨਹੀਂ ਦੇ ਸਕਦਾ, ਕੋਈ ਡਿਜ਼ੀਜ਼ ਨਹੀਂ ਦੇ ਸਕਦਾ। ਉਹ ਸਿਰਫ ਤੁਹਾਡੀ ਲਾਈਫ ਦੇ ਵਿੱਚ ਓਨਾ ਹੀ ਕੰਮ ਕਰ ਸਕਦਾ ਜਿੰਨੀ ਲੀਗਲ ਗਰਾਊਂਡ ਤੁਸੀਂ ਸ਼ੈਤਾਨ ਨੂੰ ਦਿੰਦੇ ਆ। ਜਿੰਨਾ ਤੁਸੀਂ ਪਾਪ ਦੇ ਵਿੱਚ ਆ, ਜਿੰਨਾ ਮੈਂ ਪਾਪ ਦੇ ਵਿੱਚ ਆ, ਕੋਈ ਵੀ ਪਾਪ ਦੇ ਵਿੱਚ ਆ, ਜਿੰਨੀ ਉਹਨੂੰ ਲੀਗਲ ਗਰਾਊਂਡ ਦਿੰਦੇ ਆ, ਓਨਾ ਹੀ ਤੁਹਾਡੀ ਲਾਈਫ ਦੇ ਵਿੱਚ ਕੰਮ ਕਰ ਸਕਦਾ। ਉਸ ਤੋਂ ਵੱਧ ਸ਼ੈਤਾਨ ਕੋਲ ਅਥਾਰਟੀ ਤੁਹਾਡੀ ਲਾਈਫ ਦੇ ਵਿੱਚ ਕੰਮ ਕਰਨ ਦੀ ਨਹੀਂ ਆ। ਹਾਲੇਲੂਇਆ। ਮੈਂ ਦੇਖਿਆ ਅੱਜ ਕੱਲ੍ਹ, ਪਤਾ ਨਹੀਂ ਇਹ ਕਿਉਂ ਹੋ ਰਿਹਾ ਆ, ਪਰ ਬਹੁਤ, ਸ਼ਾਇਦ ਤੁਸੀਂ ਵੀ ਮੇਰੇ ਨਾਲ ਅਗਰੀ ਕਰੋਗੇ ਇਸ ਗੱਲ ਦੇ ਉੱਤੇ, ਕਿ ਪਾਪ ਨੂੰ ਬਹੁਤ ਨੋਮੀਨਲ ਬਣਾ ਦਿੱਤਾ ਗਿਆ ਆ। ਕਈ ਵਾਰੀ ਪਰਮੇਸ਼ਵਰ ਦੇ ਜਿਹੜੇ ਦਾਸ ਆ, ਉਹ ਵੀ ਅਪਰੂਵਲ ਦੇ ਦਿੰਦੇ ਆ ਕਿ ਠੀਕ ਆ, ਥੋੜਾ ਬਹੁਤਾ ਤੁਸੀਂ ਪਾਪ ਕਰ ਸਕਦੇ ਆ। ਕਈ ਵਾਰੀ ਪਰਮੇਸ਼ਵਰ ਦੇ ਦਾਸ ਦੇ ਕੋਲ ਕੋਈ ਆਉਂਦਾ ਆ ਬੰਦਾ, ਪਰਮੇਸ਼ਵਰ ਦੇ ਦਾਸ ਨੂੰ ਪਤਾ ਵੀ ਹੁੰਦਾ ਕਿ ਇਹ ਜਿਹੜਾ ਬੰਦਾ ਮੇਰੀ ਕੌਂਗਰੀਗੇਸ਼ਨ ਦੇ ਵਿੱਚ ਆ, ਇਹ ਵਿਆਹਿਆ ਹੋਇਆ ਆ, ਪਰ ਇਹਦੀ ਬਾਹਰ ਵੀ ਅਫੇਅਰ ਚੱਲ ਰਿਹਾ ਆ, ਪਰ ਪਰਮੇਸ਼ਵਰ ਦਾ ਦਾਸ ਉਹਨੂੰ, ਬੰਦੇ ਨੂੰ ਰੋਕਦਾ ਨਹੀਂ ਆ। ਪਿਛਲੇ 3 ਵੀਕ ਮੇਰੇ ਖਿਆਲ 'ਚ ਹੋ ਗਏ, 3 ਵੀਕ ਪਹਿਲਾਂ ਕਿਸੇ ਨੇ ਮੈਨੂੰ ਵੀਡੀਓ ਭੇਜੀ ਸੀ। ਇੱਕ ਚਰਚ ਦੇ ਵਿੱਚ, ਅਸਲ ਦੇ ਵਿੱਚ ਚਰਚ ਨੇ ਰੈਲੀ ਕੱਢੀ, ਥੋੜੀ ਚਰਚ ਮੇ ਵੀ ਸ਼ਾਇਦ 25-30 ਬੰਦਿਆਂ ਦੀ ਕੌਂਗਰੀਗੇਸ਼ਨ ਹੋਊਗੀ। ਉਹਨਾਂ ਨੇ ਫਲੈਗ ਲਾਏ ਹੋਏ ਆ ਵੱਖਰੇ ਵੱਖਰੇ ਦੇਸ਼ਾਂ ਦੇ। ਉਸ ਫਲੈਗ ਦੇ ਵਿੱਚ ਇੱਕ ਫਲੈਗ ਸੀਗਾ LGBTQ ਦਾ। ਤੁਹਾਨੂੰ ਪਤਾ LGBTQ ਕੀ ਹੈ? ਹੋਮੋਸੈਕਸ਼ੂਅਲ, ਜਿਹੜੇ ਗੇ, ਲੈਸਬੀਅਨ, ਟਰਾਂਸਜੈਂਡਰਸ। ਪਰਮੇਸ਼ਵਰ ਸਭ ਤੋਂ ਜ਼ਿਆਦਾ ਹੇਟ ਇਸ ਚੀਜ਼ ਨੂੰ ਕਰਦੇ ਆ। ਪੁਰਸ਼ ਦਾ ਪੁਰਸ਼ ਨਾਲ ਸੋਣਾ, ਇਸਤਰੀ ਦਾ ਇਸਤਰੀ ਦੇ ਨਾਲ ਸੋਣਾ। ਤੇ ਜਿਹੜੀ ਆਰਗੇਨਾਈਜੇਸ਼ਨ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ, ਉਹਦਾ ਝੰਡਾ ਚਰਚ ਦੇ ਵਿੱਚ ਲਹਿਰਾਇਆ ਜਾ ਰਿਹਾ ਸੀਗਾ। ਇੱਥੇ ਇੰਗਲੈਂਡ ਦੀ ਮੈਂ ਗੱਲ ਕਰ ਰਿਹਾ, ਮੈਂ ਚਰਚ ਦਾ ਨਾਮ ਨਹੀਂ ਤੁਹਾਨੂੰ ਦੱਸੂਗਾ, ਪਰ ਉਹ 'ਚ ਲਹਿਰਾਇਆ ਜਾ ਰਿਹਾ। ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਤੁਸੀਂ ਕਿਉਂ ਕਰ ਰਹੇ ਹੋ? ਕਹਿੰਦੇ ਕਿ ਅਸੀਂ ਉਹਨਾਂ ਨੂੰ ਪਿਆਰ ਕਰਦੇ, ਪਰਮੇਸ਼ਵਰ ਸਾਰਿਆਂ ਨੂੰ ਪਿਆਰ ਕਰਦੇ ਆ। ਇਹ ਸੱਚ ਆ, ਪਰਮੇਸ਼ਵਰ ਸਾਰਿਆਂ ਨੂੰ ਪਿਆਰ ਕਰਦੇ ਆ, ਪਰ ਪਰਮੇਸ਼ਵਰ ਇਨਸਾਨ ਨੂੰ ਤਾਂ ਪਿਆਰ ਕਰਦੇ ਆ, ਪਰ ਪਾਪ ਨੂੰ ਪਿਆਰ ਨਹੀਂ ਕਰਦੇ, ਪਾਪ ਨੂੰ ਹੇਟ ਕਰਦੇ ਆ। ਜਦੋਂ ਪ੍ਰਭੂ ਯਿਸੂ ਦੇ ਉੱਤੇ, ਕਰੂਸ ਦੇ ਉੱਤੇ ਸੀਗੇ, ਪਾਪ ਲੱਦ ਦਿੱਤਾ ਗਿਆ ਸੀ ਸਾਰਾ। ਪ੍ਰਭੂ ਯਿਸੂ ਦੇ ਵਚਨ ਕੀ ਸੀਗੇ? ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਿਤਾ, ਤੂੰ ਮੈਨੂੰ ਕਿਉਂ ਛੱਡ ਦਿੱਤਾ? ਏਦਾਂ ਸੀਗਾ। ਤੇ ਪਰਮੇਸ਼ਵਰ ਨੇ ਆਪਣਾ ਮੂੰਹ ਪ੍ਰਭੂ ਯਿਸੂ ਤੋਂ ਕਿਉਂ ਫੇਰ ਲਿਆ ਸੀਗਾ? ਕਿਉਂਕਿ ਪ੍ਰਭੂ ਯਿਸੂ ਦੇ ਉੱਤੇ ਪਾਪ ਲੱਦ ਦਿੱਤਾ ਗਿਆ ਸੀਗਾ। ਕਿਉਂ? ਕਿਉਂਕਿ ਪਰਮੇਸ਼ਵਰ ਇੰਨੇ ਪਵਿੱਤਰ ਆ, ਉਹ ਪਾਪ ਵੱਲ ਦੇਖ ਵੀ ਨਹੀਂ ਸਕਦੇ। ਟੂ ਬੀ ਓਨੈਸਟ, ਮੇਰਾ ਦਿਲ ਟੁੱਟ ਜਾਂਦਾ ਕਈ ਵਾਰੀ ਜਦੋਂ ਮੈਂ ਦੇਖਦਾ ਆ ਕਿ ਚਰਚਿਸ ਦੇ ਵਿੱਚ ਸ਼ੂਗਰ ਦੇ ਕੇ ਚਰਚਿਸ ਡਿਸਟਰੋਏ ਕੀਤੀਆਂ ਜਾ ਰਹੀਆਂ। ਮੈਂ ਕਿਸੇ ਦੇ ਨਾਲ ਗੱਲ ਕਰ ਰਿਹਾ ਸੀਗਾ ਪਿਛਲੇ ਵੀਕ
ਕਹਿੰਦੇ ਕੋਈ ਇੰਡੀਆ ਤੋਂ ਪਰਮੇਸ਼ਵਰ ਦੇ ਦਾਸ ਆਏ ਸੀਗੇ ਆਕਸਫੋਰਡ ਦੇ ਵਿੱਚ। ਮੈਂ ਤੁਹਾਨੂੰ ਐਗਜ਼ੈਕਟ ਜਗ੍ਹਾ ਨਹੀਂ ਦੱਸਣੀ ਕਿੱਥੇ ਆਏ ਸੀਗੇ, ਪਰ ਕਹਿੰਦੇ ਉਹ ਦਾਸ ਆਏ ਪਰਮੇਸ਼ਵਰ ਦੇ, ਤਾਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਪਾਸਟਰ ਜੀ ਸ਼ਰਾਬ ਪੀ ਲੈਣੀ ਚਾਹੀਦੀ ਹੈ? ਤਾਂ ਉਹਨਾਂ ਦਾ ਆਨਸਰ ਕੀ ਸੀਗਾ? ਕੀ ਹੋਣਾ ਚਾਹੀਦਾ ਸੀਗਾ ਆਨਸਰ? ਨਹੀਂ ਪੀਣੀ ਚਾਹੀਦੀ, ਹੈ ਨਾ। ਅੱਜ ਤੋਂ ਮੇ ਵੀ ਸ਼ਾਇਦ 12-13 ਸਾਲ ਪਹਿਲਾਂ ਦੀ ਗੱਲ ਆ, ਪਰ ਤੁਹਾਨੂੰ ਨਹੀਂ ਪਤਾ ਤੁਹਾਡੇ ਵਰਡ ਕਿੰਨੇ ਪਾਵਰਫੁਲ ਆ। ਫੈਮਲੀਜ਼ ਡਿਸਟਰੋਏ ਹੋ ਜਾਂਦੀਆਂ ਤੁਹਾਡੇ ਇੱਕ ਵਰਡ ਦਾ ਕਰਕੇ। ਉਹ ਪਾਸਟਰ ਨੇ ਉਹਨਾਂ ਨੂੰ ਕਹਿ ਦਿੱਤਾ, ਹਾਂਜੀ ਪੀ ਲਿਆ ਕਰੋ, ਥੋੜ੍ਹੀ ਬਹੁਤੀ ਪੀ ਲੈਣੀ ਚਾਹੀਦੀ ਹੈ, ਪੀ ਸਕਦੇ ਹੋ ਤੁਸੀਂ। ਸ਼ਾਇਦ ਅਗਰ ਉਹ ਪਰਮੇਸ਼ਵਰ ਦਾ ਦਾਸ ਉਸ ਵੇਲੇ ਸਟੈਂਡ ਲੈ ਕੇ ਪਰਮੇਸ਼ਵਰ ਦੇ ਵਚਨ ਦੇ ਉੱਤੇ ਸਟੈਂਡ ਲੈ ਕੇ ਕਹਿ ਦਿੰਦਾ ਕਿ ਨਹੀਂ ਤੁਸੀਂ ਬਿਲਕੁਲ ਨਹੀਂ ਪੀ ਸਕਦੇ, ਸ਼ਾਇਦ ਉਹ ਫੈਮਲੀਜ਼ ਬਚ ਜਾਂਦੀਆਂ। ਪਰ ਕੀ ਹੋਇਆ? ਸ਼ੈਤਾਨ ਨੂੰ ਜਿੱਥੇ ਥੋੜ੍ਹਾ ਜਿਹਾ ਖੜੇ ਹੋਣ ਦੀ ਜਗ੍ਹਾ ਮਿਲਦੀ ਆ ਉੱਥੇ ਬੈਠ ਜਾਂਦਾ, ਫਿਰ ਉੱਥੇ ਲੰਮਾ ਪੈ ਜਾਂਦਾ, ਫਿਰ ਉੱਥੇ ਲੇਟੀਆਂ ਮਾਰਦਾ। ਕਿਉਂ? ਕਿਉਂਕਿ ਤੁਸੀਂ ਉਹਨੂੰ ਲੀਗਲ ਗਰਾਊਂਡ ਦੇ ਦਿੱਤੀ। ਇਸ ਟਾਈਮ ਉਸ ਵਿਲੇਜ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਿਸਚਨ ਆ ਆਕਸਫੋਰਡ ਦੇ ਵਿੱਚ, ਤਾਂ ਉਸ ਵਿਲੇਜ ਦੇ ਵਿੱਚੋਂ ਕੋਈ ਬੰਦਾ ਚਰਚ ਜਾਣ ਵਾਲਾ ਨਹੀਂ ਹੈ। ਹਰ ਘਰ ਦੇ ਵਿੱਚ ਐਵਰੀ ਸਿੰਗਲ ਵੀਕ ਪਾਰਟੀਜ਼ ਹੁੰਦੀਆਂ, ਸ਼ਰਾਬ ਚੱਲਦੀ ਆ, ਨਿੱਕੇ ਤੋਂ ਲੈ ਕੇ ਵੱਡੇ ਤੱਕ ਸਾਰੇ ਸ਼ਰਾਬ ਪੀਂਦੇ ਆ। ਪਾਰਟੀਜ਼ ਦੇ ਵਿੱਚ ਸ਼ਰਾਬ ਹੁੰਦੀ ਆ, ਛੋਟੇ ਬੱਚੇ ਵੀ, ਕੁੜੀਆਂ ਵੀ ਸ਼ਰਾਬ ਪੀ ਰਹੀਆਂ ਅੱਜ ਕੱਲ੍ਹ। ਤੇ ਕੀ ਪਰਮੇਸ਼ਵਰ ਉਹਦਾ ਹਿਸਾਬ ਲਊਗੇ ਜਾਂ ਨਹੀਂ ਲਊਗੇ? ਮੈਂ ਕਹਿੰਦਾ ਸਭ ਤੋਂ ਪਹਿਲਾਂ ਉਸ ਪਰਮੇਸ਼ਵਰ ਦੇ ਦਾਸ ਦੀ ਗਲਤੀ ਆ ਜਿਹਨੇ ਉਸ ਟਾਈਮ ਤੇ ਵਚਨ ਦੇ ਉੱਤੇ ਸਟੈਂਡ ਨਹੀਂ ਲਿਆ। ਪਰ ਉਹ ਹੀ ਨਹੀਂ, ਹੋਰ ਵੀ ਕਿਤੇ ਸ਼ੂਗਰ ਦੇਈ ਜਾਂਦੇ। ਪਰਮੇਸ਼ਵਰ ਦਾ ਸਿਰਫ ਲਵ 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 ਪ੍ਰੀਚ ਕੀਤਾ ਜਾਂਦਾ। ਉਹ ਪਰਮੇਸ਼ਵਰ ਮਰਸੀਫੁਲ ਆ, ਪਰਮੇਸ਼ਵਰ ਪਿਆਰ ਕਰਨ ਵਾਲੇ ਆ, ਪਰਮੇਸ਼ਵਰ ਪਿਆਰ ਕਰਨ ਵਾਲੇ ਆ, ਪਰਮੇਸ਼ਵਰ ਮਾਫ ਕਰਨ ਵਾਲੇ ਆ। ਪਰ ਪਤਾ ਨਹੀਂ ਕਿਉਂ ਜਜਮੈਂਟ ਨਹੀਂ ਪ੍ਰੀਚ ਕੀਤੀ ਜਾ ਰਹੀ। ਜਜਮੈਂਟ ਪ੍ਰੀਚ ਹੀ ਨਹੀਂ ਕਰਦੇ ਕਿ ਪਰਮੇਸ਼ਵਰ ਨੇ ਤੁਹਾਡੇ ਕੋਲੋਂ ਤੁਹਾਡੇ ਇੱਕ ਇੱਕ ਕੰਮ ਦਾ ਹਿਸਾਬ ਲੈਣਾ ਆ। ਇਹ ਨਹੀਂ ਹੈ ਕਿ ਪਰਮੇਸ਼ਵਰ ਹਾਂ ਮਰਸੀਫੁਲ ਆ, ਤੁਹਾਡੇ ਕੋਲ ਪਾਪ ਪਹਿਲਾਂ ਹੋ ਗਿਆ, ਤੁਸੀਂ ਕਰ ਲਏ, ਤੁਸੀਂ ਮਾਫੀ ਮੰਗ ਲਈ, ਪਰਮੇਸ਼ਵਰ ਨੇ ਤੁਹਾਨੂੰ ਮਾਫ ਕਰ ਦਿੱਤਾ, ਨੋ ਡਾਊਟ। ਪਰ ਕੀ ਤੁਸੀਂ ਹਰ ਸਿੰਗਲ ਵੀਕ ਪਾਪ ਕਰਕੇ ਪਰਮੇਸ਼ਵਰ ਤੋਂ ਮਾਫੀ ਮੰਗੋਗੇ? ਇਹ ਹੋ ਜਾਏਗਾ? ਪਰਮੇਸ਼ਵਰ ਦਾ ਇੱਕ ਪੱਖ ਅਸੀਂ ਪ੍ਰੀਚ ਕਰੀ ਜਾ ਰਹੇ, ਮਾਫੀ, ਠੀਕ ਆ, ਪਾਪਾ ਦੀ ਮਾਫੀ, ਪਿਆਰ, ਲਵ, ਮਰਸੀ, ਗ੍ਰੇਸ। ਪਰ ਪਰਮੇਸ਼ਵਰ ਇੱਕ ਜਲਨ ਰੱਖਣ ਵਾਲੇ ਪਰਮੇਸ਼ਵਰ ਆ। ਉਹ ਕਹਿੰਦੇ ਮੈਂ ਜਲਨ ਰੱਖਣ ਵਾਲਾ ਪਰਮੇਸ਼ਵਰ ਆ। ਤੇ ਕਲੀਸਿਆ ਨੂੰ ਪਰਮੇਸ਼ਵਰ ਨੇ ਕੀ ਕਿਹਾ ਆ? ਕਲੀਸਿਆ ਕੀ ਆ? ਪਰਮੇਸ਼ਵਰ ਦੀ ਦੁਲਹਨ। ਤੇ ਪਾਪ ਕਿਹਦੇ ਵੱਲੋਂ ਆ? ਸ਼ੈਤਾਨ ਵੱਲੋਂ। ਤੇ ਹੁਣ ਆਪਾਂ ਸੋਚ ਕੇ ਦੇਖੀਏ ਕਿ ਅਗਰ ਸਾਡੀ ਦੁਲਹਨ ਸਾਡੇ ਐਨੀਮੀ ਦੇ ਨਾਲ ਜਾ ਕੇ ਵਿਭਚਾਰ ਕਰੇ ਤੇ ਕੀ ਉਹ ਮੇਰੀ ਦੁਲਹਨ? ਕੀ ਉਹ ਮੇਰੀ ਦੁਲਹਨ ਆ? ਮੈਂ ਉਹਨੂੰ ਐਕਸੈਪਟ ਕਰੂੰਗਾ? ਨਾ। ਤੇ ਜੇ ਪਰਮੇਸ਼ਵਰ ਦੀ ਜਿਹੜੇ ਕਹਿੰਦੀ ਮੈਂ ਕਲੀਸਿਆ ਆ, ਮੈਂ ਪਰਮੇਸ਼ਵਰ ਦੀ ਦੁਲਹਨ ਆ, ਉਹ ਪਾਪ ਕਰੇ ਤੇ ਕੀ ਉਹ ਪਰਮੇਸ਼ਵਰ ਉਹਨੂੰ ਐਕਸੈਪਟ ਕਰਨਗੇ? ਨਾ। ਪਰਮੇਸ਼ਵਰ ਕਦੀ ਐਕਸੈਪਟ ਨਹੀਂ ਕਰਦੇ। ਬਾਈਬਲ ਦੇ ਵਿੱਚ ਲਿਖਿਆ ਕਿ ਸਰਟਨ ਬੰਦਿਆਂ ਦੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਮ ਜੀਵਨ ਦੀ ਪੁਸਤਕ ਦੇ ਵਿੱਚੋਂ ਕਦੀ ਨਹੀਂ ਕੱਟੂੰਗਾ। ਇਹਦਾ ਮਤਲਬ ਕਿ ਜੇ ਤੁਹਾਡੇ ਨਾਮ ਇੱਕ ਵਾਰੀ ਜੀਵਨ ਦੀ ਪੁਸਤਕ 'ਚ ਲਿਖੋਗੇ, ਕੱਟੇ ਜਾ ਸਕਦੇ ਆ। ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਬਪਤਿਸਮਾ ਲੈ ਲਿਆ, ਤੌਬਾ ਕਰ ਲਈ ਆ ਤੇ ਸਵਰਗ ਤੁਹਾਡਾ ਹੋ ਗਿਆ। ਨੋ, ਇਹ ਗਲਤ ਟੀਚਿੰਗ ਆ। ਅਗਰ ਤੁਸੀਂ ਵਿਭਚਾਰ ਕਰਦੇ ਹੋ, ਪਾਪ ਕਰਦੇ ਹੋ, ਤੁਹਾਡਾ ਨਾਮ ਜਿਹੜਾ ਆ ਪਰਮੇਸ਼ਵਰ ਦੀ ਕਿੰਗਡਮ ਦੀ ਸਦਾ ਦੇ ਜੀਵਨ ਵਾਲੀ ਪੁਸਤਕ ਦੇ ਵਿੱਚੋਂ ਤੁਹਾਡੇ ਨਾਮ ਕੱਟੇ ਜਾ ਸਕਦੇ ਆ। ਤਾਂ ਕਰਕੇ ਜਦੋਂ ਮੈਂ ਜਦੋਂ ਇਹ ਦੇਖਦਾ ਸੀਗਾ ਕਿ ਇਹ ਸ਼ੂਗਰ ਦਿੱਤੀ ਜਾ ਰਹੀ ਆ, ਮੇਰਾ ਮਿਨਿਸਟਰੀ ਇੱਕ ਸਟਾਰਟ ਕਰਨ ਦਾ ਵੀ ਆਹੀ ਕਾਰਨ ਸੀਗਾ ਕਿ ਜਿਹੜੀ ਸਹੀ ਪਰਮੇਸ਼ਵਰ ਦੀ ਨੌਲੇਜ ਆ ਕਿ ਪਰਮੇਸ਼ਵਰ ਜੱਜ ਵੀ ਕਰਨ ਵਾਲੇ ਆ। ਪਰਮੇਸ਼ਵਰ ਇੱਕ ਰਾਈਚਸ ਜੱਜ ਆ, ਉਹਨੇ ਜੱਜ ਵੀ ਕਰਨਾ। ਬਾਈਬਲ ਦੇ ਵਿੱਚ ਲਿਖਿਆ ਕਿ ਉਹ ਜੱਜਮੈਂਟ ਵਾਲੇ ਦਿਨ ਤਖਤ ਲੱਗਣਾ ਪਰਮੇਸ਼ਵਰ ਦਾ। ਹਰ ਇੱਕ ਬੰਦੇ ਨੂੰ ਉੱਥੇ ਜਾ ਕੇ ਹਿਸਾਬ ਦੇਣਾ ਪੈਣਾ। ਪਰਮੇਸ਼ਵਰ ਨੇ ਕਿਤਾਬਾਂ ਖੋਲੀਆਂ ਜਾਣੀਆਂ। ਤੁਹਾਡਾ ਇੱਕ ਇੱਕ ਪਾਪ ਤੇ ਪਰਮੇਸ਼ਵਰ ਲਈ ਕੀਤਾ ਹੋਇਆ ਕੰਮ ਉਹ ਕਿਤਾਬ ਦੇ ਵਿੱਚ ਲਿਖਿਆ ਜਾ ਰਿਹਾ।
ਉਹ ਕਿਤਾਬ ਖੋਲ ਦਿੱਤੀ ਜਾਣੀ ਆ। ਅੱਜ ਜਿਹੜਾ ਪਾਪ ਅਸੀਂ ਹਨੇਰੇ ਵਿੱਚ ਕਰਦੇ ਆ ਉਹ ਕੀ ਆ? ਚਾਨਣ ਦੇ ਵਿੱਚ ਦਿਖਾਇਆ ਜਾਣਾ। ਉਸ ਟਾਈਮ ਤੇ ਜਿਹੜੇ ਅੱਜ ਅਸੀਂ ਪਾਪ ਕਰਦੇ ਆ, ਸਾਰੀ ਸਾਡੀ ਫੈਮਿਲੀ, ਕਲੀਸਿਆ, ਸਾਰੇ ਲੋਕ ਜਿੱਦਾਂ ਆਪਾਂ ਬੈਠੇ ਇੱਦਾਂ ਬੈਠੇ ਹੋਣੇ, ਉਹਨਾਂ ਦੇ ਸਾਹਮਣੇ ਚੀਕ ਚੀਕ ਕੇ ਉੱਚੀ ਉੱਚੀ ਕਿਹਾ ਜਾਣਾ ਕਿ ਆਹ ਬੰਦੇ ਨੇ ਇਸ ਦਿਨ ਆਹ ਪਾਪ ਕੀਤਾ ਸੀਗਾ। ਜਿਹੜਾ ਤੁਸੀਂ ਹਨੇਰੇ ਦੇ ਵਿੱਚ ਕੀਤੇ ਉਜਾਲੇ ਦੇ ਵਿੱਚ ਉਜਾਗਰ ਕਰ ਦਿੱਤਾ ਜਾਣਾ ਆ। ਕੋਈ ਇਦਾਂ ਦਾ ਪਾਪ ਨਹੀਂ। ਹਾਂ, ਇਹ ਆ ਕਿ ਜਿਹੜਾ ਜਦੋਂ ਤੁਸੀਂ ਤੌਬਾ ਕਰ ਲਈ ਹੈ ਇੱਕ ਵਾਰੀ, ਉਹ ਤੁਹਾਡੇ ਪਾਪ ਇੱਕ ਵਾਰੀ ਫਿਨਿਸ਼ ਹੋ ਗਏ, ਕੱਟ ਦਿੱਤੇ। ਉਹ ਇਦਾਂ ਹੋ ਗਏ ਆ ਕਿ ਜਿੱਦਾਂ ਕਦੀ ਤੁਸੀਂ ਕੀਤੇ ਨਹੀਂ ਸੀ। ਪਰ ਤੌਬਾ ਕਰਨ ਤੋਂ ਬਾਅਦ ਦੀ ਮੈਂ ਗੱਲ ਕਰ ਰਿਹਾ। ਅਗਰ ਤੁਸੀਂ ਪਰਮੇਸ਼ਵਰ ਦੇ ਤੁਸੀਂ ਤੌਬਾ ਕਰ ਲਈ ਆ, ਬਪਤਿਸਮਾ ਲੈ ਲਿਆ ਆ, ਉਹ ਤੋਂ ਬਾਅਦ ਚੋਂ ਵੀ ਤੁਸੀਂ ਪਾਪ ਕਰਦੇ ਆ, ਤੇ ਉਹ ਤੁਹਾਡੇ ਲਈ ਬਹੁਤ ਡੇਂਜਰਸ ਆ। ਪਾਪ ਅੱਜ ਕੱਲ੍ਹ ਬਹੁਤ ਸਾਰੇ ਪਾਪ ਲੀਗਲਾਈਜ਼ ਕਰ ਦਿੱਤੇ ਗਏ ਆ। ਮਾਈਨਰ ਉਹ ਇਸ ਤਰ੍ਹਾਂ ਕਰ ਦਿੱਤੇ ਗਏ ਜਿੱਦਾਂ ਉਹ ਪਾਪ ਹੈ ਹੀ ਨਹੀਂ। ਅਸੀਂ ਸਾਨੂੰ ਇੱਦਾਂ ਲੱਗਦਾ ਅਸੀਂ ਪਾਪ ਵੀ ਕਰੀ ਜਾਂਦੇ, ਪਰ ਸਾਨੂੰ ਨਹੀਂ, ਸਾਨੂੰ ਲੱਗਦਾ ਕਿ ਇਹ ਕਾਮਨ ਚੀਜ਼ਾਂ ਆ। ਪਰ ਮੈਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਦੱਸਣ ਲੱਗਾ ਆ, ਤੇ ਤੁਸੀਂ ਆਪ ਸੋਚ ਲਿਓ ਕਿ ਜੋ ਤੁਸੀਂ ਦੁਨੀਆ ਤੋਂ ਜਾਂ ਲਿਊਕਵਾਰਮ ਚਰਚਿਸ ਤੋਂ ਲੈ ਰਹੇ ਆ ਉਹ ਸੱਚ ਆ ਜਾਂ ਪਰਮੇਸ਼ਵਰ ਦਾ ਵਚਨ ਸੱਚ ਆ। ਮੈਂ ਤੁਹਾਡੇ ਲਈ ਪੜੂੰਗਾ 1 Corinthians, ਪਹਿਲਾ ਕਰੰਥੀਓ ਉਹਦਾ 6 ਅਧਿਆਏ 9 ਤੇ 10 ਆਇਤ। ਪਹਿਲਾ ਕਰੰਥੀਓ 6 ਅਧਿਆਏ 9 ਤੇ 10 ਆਇਤ। ਇੱਥੇ ਲਿਖਿਆ, क्या तुम नहीं जानते अन्यायी लोग परमेश्वर के राज्य के वारिस नहीं होंगे। पहले किहड़े आ? अन्यायी, ਜਿਹੜੇ ਨਿਆਂ ਨਹੀਂ ਕਰਦੇ। ਕੀ ਨਹੀਂ ਹੋਣਗੇ? ਉਹ ਪਰਮੇਸ਼ਵਰ ਦੇ ਰਾਜ ਦੇ ਵਾਰਿਸ ਨਹੀਂ ਹੋਣਗੇ। ਪਰਮੇਸ਼ਵਰ ਦਾ ਰਾਜ ਕੀ ਆ? ਕਿੰਗਡਮ ਆਫ ਹੈਵਨ। ਜੇ ਹੈਵਨ ਦੇ ਵਾਰਿਸ ਨਹੀਂ ਹੋਣਗੇ, ਫਿਰ ਕਿਹਦੇ ਵਾਰਿਸ ਹੋਣਗੇ? ਉਹ ਹੈਲ ਦੇ ਵਾਰਿਸ ਹੋਣਗੇ। ਕਿ ਦੋ ਹੀ ਚੀਜ਼ਾਂ ਆ। ਫਿਰ ਵੈਰੀ ਇੰਪੋਰਟੈਂਟ ਚੀਜ਼ ਲਿਖੀ, ਧੋਖਾ ਨਾ ਖਾਓ। ਇੱਥੇ ਲਿਖਿਆ ਧੋਖਾ ਨਾ ਖਾਓ। ਨਾ ਵੇਸ਼ਾਗਾਮੀ, ਪ੍ਰੋਸਟੀਟਿਊਟ ਕਰਨ ਵਾਲੇ, ਜਿਹੜੇ ਪ੍ਰੋਸਟੀਟਿਊਟਸ ਦੇ ਕੋਲ ਜਾਂਦੇ ਆ। ਨਾ ਮੂਰਤੀ ਪੂਜਕ, ਮੂਰਤੀਆਂ ਨੂੰ ਪੂਜਣ ਵਾਲੇ। ਨਾ ਪਰ ਇਸਤਰੀਗਾਮੀ, ਜਿਹੜੀ ਤੁਹਾਡੀ ਵਾਈਫ ਨਹੀਂ ਆ ਉਹਦੇ ਨਾਲ ਵਿਅਭਿਚਾਰ ਕਰਨ ਵਾਲੇ। ਜਿਹੜੀ ਤੁਹਾਡੀ ਵਾਈਫ, ਚਾਹੇ ਤੁਸੀਂ ਕੁਆਰੇ ਆ ਚਾਹੇ ਤੁਸੀਂ ਵਿਆਹੇ ਆ, ਉਹ ਜਿਹੜੇ ਪਰ ਇਸਤਰੀਗਾਮੀ, ਉਹਦੇ ਨਾਲ ਵਿਅਭਿਚਾਰ ਕਰਨ ਵਾਲੇ। ਨਾ ਲੁੱਚੇ, ਨਾ ਪੁਰਸ਼ਗਾਮੀ, ਪੁਰਸ਼ ਦੇ ਨਾਲ ਪੁਰਸ਼ ਸੌਣ ਵਾਲਾ। ਨਾ ਚੋਰ, ਚੋਰੀ ਕਰਨ ਵਾਲੇ। ਨਾ ਲੋਭੀ, ਲਾਲਚ ਕਰਨ ਵਾਲੇ। ਨਾ ਪਿਆਕੜ, ਦਾਰੂ ਪੀਣ ਵਾਲੇ। ਇਹ ਮੈਂ ਤੁਹਾਨੂੰ ਦੱਸ ਕੇ ਹਟਿਆ। ਹੁਣ ਉਹ ਬੰਦਾ ਕਹਿੰਦਾ ਵੀ ਹਾਂਜੀ ਥੋੜੀ ਥੋੜੀ ਪੀ ਲਿਆ ਕਰੋ, ਪਰ ਪਰਮੇਸ਼ਵਰ ਦੇ ਵਚਨ 'ਚ ਕੀ ਲਿਖਿਆ? ਨਾ ਪਿਆਕੜ, ਨਾ ਗਾਲੀ ਦੇਣੇ ਵਾਲੇ। ਜਿਹੜੇ ਗਾਲਾਂ ਕੱਢਦੇ ਆ ਹੈਵਨ ਦੇ ਵਿੱਚ ਐਂਟਰ ਨਹੀਂ ਹੋ ਪਾਉਗੇ। ਨਾ ਅੰਧੇਰ ਕਰਨੇ ਵਾਲੇ, ਜਿਹੜੇ ਲੜਾਈਆਂ ਕਰਨ ਵਾਲੇ ਆ। ਅੰਧੇਰ, ਜੇ ਕੋਈ ਮਾੜਾ ਆ ਜਾ ਕੇ ਉਹਦੇ ਚਪੇੜਾ ਮਾਰ ਦਿਓ, ਕੁੱਟ ਦਿਓ, ਉਹ ਕੀ ਆ? ਅੰਧੇਰ ਕਰਨਾ ਹੈ। ਨਾ ਅੰਧੇਰ ਕਰਨ ਵਾਲੇ परमेश्वर के राज्य के वारिस नहीं होंगे। हालेलुया। ਹੁਣ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੱਚਾ ਮੰਨੋਗੇ ਜਾਂ ਜੋ ਅੱਜ ਕੱਲ ਤੁਸੀਂ ਦੇਖ ਰਹੇ ਆ ਉਹ ਸੱਚਾ ਮੰਨੋਗੇ? ਸ਼ਰਾਬ ਨੂੰ ਕਹਿੰਦੇ ਅੱਜ ਕੱਲ ਪੰਜਾਬੀ ਨਸ਼ਾ ਹੀ ਨਹੀਂ ਮੰਨਦੇ, ਇਦਾਂ ਹੀ ਆ। ਸ਼ਰਾਬ ਨੂੰ ਅਸੀਂ ਨਸ਼ਾ ਹੀ ਮੰਨਣਾ ਛੱਡ ਦਿੱਤਾ। ਕਹਿੰਦੇ ਸ਼ਰਾਬ ਤਾਂ ਨੋਰਮਲ ਆ, ਥੋੜੀ ਥੋੜੀ ਲਾ ਲਿਆ ਕਰੋ। ਪਰ ਬਾਈਬਲ ਦੇ ਵਿੱਚ ਕੀ ਲਿਖਿਆ? ਕਿ ਜਿਹੜੇ ਪਿਆਕੜ ਆ ਉਹ ਨਹੀਂ। ਵਿਭਚਾਰ ਕਰਨ ਵਾਲੇ, ਪਰ ਇਸਤਰੀਗਾਮੀ। ਅੱਜ ਕੱਲ ਕੀ ਆ? ਤੁਹਾਡੀ ਵਾਈਫ ਵੀ ਆ, ਤੁਹਾਡਾ ਅਫੇਅਰ ਬਾਹਰ ਚੱਲ ਰਿਹਾ, ਤੁਹਾਡਾ ਅਫੇਅਰ ਹੋਰ ਨਾ ਚੱਲ ਰਿਹਾ, ਤੁਹਾਡੀ ਵਾਈਫ ਦਾ ਅਫੇਅਰ ਕਿਸੇ ਹੋਰ ਨਾਲ ਚੱਲ ਰਿਹਾ। ਈਵਨ ਮੈਂ ਪੰਜਾਬੀ ਕਲਚਰ ਦੇ ਵਿੱਚ ਦੇਖ ਰਿਹਾ ਅੱਜ ਕੱਲ ਇੰਨਾ ਨੋਰਮਲ ਕਰ ਦਿੱਤਾ ਆ ਵਿਭਚਾਰ। ਠੀਕ ਆ ਜੀ, ਅੱਜ ਕੱਲ ਨਿਆਣੇ ਕਰਦੇ ਹੀ ਆ, ਗਰਲਫ੍ਰੈਂਡ ਬॉयਫ੍ਰੈਂਡ ਹੁੰਦੇ ਹੀ ਆ, ਪਰ ਬਾਈਬਲ ਦਾ ਵਚਨ ਕੀ ਕਹਿ ਰਿਹਾ? ਪਰ ਇਸਤਰੀਗਾਮੀ ਕੀ ਉਹ ਹੈਵਨ ਦੇ ਵਿੱਚ ਜਾਣਗੇ? ਨਹੀਂ ਜਾਣਗੇ। ਵੈਰੀ ਵੈਰੀ ਡੇਂਜਰਸ। ਜਿੰਨੀਆਂ 1 Corinthians ਚੈਪਟਰ 6 verse 9 and 10 ਤੁਸੀਂ ਕਿਸੇ ਵੀ ਕੈਟਾਗਰੀ ਦੇ ਵਿੱਚ ਆਉਂਦੇ ਹੋ, ਇਹਦਾ ਮਤਲਬ ਕਿ ਤੁਸੀਂ ਬਹੁਤ ਡੇਂਜਰਸ ਪੋਜੀਸ਼ਨ ਦੇ ਵਿੱਚੋਂ। ਰੱਬ ਨਾ ਕਰੇ ਅੱਜ ਤੁਹਾਡੀ ਡੈਥ ਹੋ ਜਾਂਦੀ,
ਈਵਨ ਮੈਂ ਆਪਣੇ ਆਪ ਨੂੰ ਵੀ ਪ੍ਰੀਚ ਕਰ ਰਿਹਾ, ਇਹ ਨਾ ਸੋਚਿਓ ਮੈਂ ਤੁਹਾਨੂੰ ਹੀ ਕਹਿ ਰਿਹਾ ਆ। ਮੰਨ ਲਓ ਇਹਦੇ ਵਿੱਚੋਂ ਤੁਸੀਂ ਇੱਕ ਕੰਮ ਵੀ ਕਰਦੇ ਆ, ਰੱਬ ਨਾ ਕਰੇ ਅੱਜ ਤੁਹਾਡੀ ਡੈਥ ਹੋ ਜਾਂਦੀ ਆ, ਤੁਸੀਂ ਕਿੱਥੇ ਜਾਓਗੇ? ਹੈਵਨ ਇੱਕ ਇਦਾਂ ਦੀ ਪਲੇਸ ਆ ਜਿੱਥੇ ਤੁਸੀਂ ਪਰਮੇਸ਼ਵਰ ਦੇ ਨਾਲ ਆਲਵੇਜ਼ ਇਟਰਨਿਟੀ ਦਾ ਮਤਲਬ ਕਿ ਜਿਹੜੀ ਖਤਮ ਹੋਣ ਵਾਲੀ ਨਹੀਂ ਆ ਲਾਈਫ, ਤੁਸੀਂ ਹੈਵਨ ਦੇ ਵਿੱਚ ਰਹੋਗੇ। ਪਰ ਜੇ ਤੁਸੀਂ ਆਪਣੇ ਪਾਪ ਦੇ ਵਿੱਚ ਮਰ ਜਾਂਦੇ ਹੋ ਤੇ ਤੁਹਾਡੇ ਲਈ ਇਟਰਨਲ ਹੈਲ ਆ, ਜਿਹੜਾ ਟਾਈਮ ਕਦੀ ਖਤਮ ਨਹੀਂ ਹੋਣਾ, ਆਲਵੇਜ਼ 1000 10,000 1 ਲੱਖ 10 ਲੱਖ ਕਰੋੜ ਸਾਲ ਉਹ ਜਿਹੜੀ ਅੱਗ ਜਿਹੜੀ ਬੁਝਣ ਵਾਲੀ ਨਹੀਂ ਆ, ਤੁਸੀਂ ਉਹਦੇ ਵਿੱਚ ਚਲੇ ਜਾਣਾ ਆ। ਤਾਂ ਕਰਕੇ ਮੈਂ ਆਲਵੇਜ਼ ਮੈਂ ਕਿਹਾ ਮੇਰਾ ਦਿਲ ਟੁੱਟ ਜਾਂਦਾ ਜਦੋਂ ਮੈਂ ਸ਼ੂਗਰ ਦੇਖੀ ਜਾਂਦਾ। ਪਰਮੇਸ਼ਵਰ ਧਰਮੀ, ਪਰਮੇਸ਼ਵਰ ਦਇਆ ਕਰਨ ਵਾਲੇ, ਉਹ ਪਰਮੇਸ਼ਵਰ ਤੁਹਾਡੇ ਤੇ ਦਇਆ ਕਰਨਗੇ। ਕੋਈ ਨਹੀਂ ਤੁਸੀਂ ਪਾਪ ਕਰ ਲਿਆ, ਡੋਂਟ ਵਰੀ, ਉਹ ਤੁਹਾਨੂੰ ਸਿੱਧਾ ਹੈਲ ਦੇ ਵਿੱਚ ਧੱਕ ਰਹੇ ਆ। ਤੇ ਮੈਂ ਉਹ ਪਾਸਟਰਸ ਨੂੰ ਵੀ ਕਹਿਣਾ ਚਾਹੁੰਦਾ, ਪਲੀਜ਼ ਮੇਰੀ ਮਿਹਨਤ ਆ ਤੁਹਾਡੇ ਅੱਗੇ, ਬਸ ਕਰ ਜੋ। ਪਰਮੇਸ਼ਵਰ ਦੀ ਜੱਜਮੈਂਟ ਵੀ ਪ੍ਰੀਚ ਕਰਨੀ ਆਪਾਂ ਸਟਾਰਟ ਕਰੀਏ। ਕਿਉਂਕਿ ਬਹੁਤ ਸਾਰੇ ਲੋਕ ਹੈਲ ਦੇ ਵਿੱਚ ਜਾ ਰਹੇ ਆ। ਪਤਾ ਨਹੀਂ ਕਿੰਨੇ ਲੋਕ ਹੈਲ ਦੇ ਵਿੱਚ ਚਲੇ ਗਏ ਜਿਨ੍ਹਾਂ ਨੂੰ ਅਸੀਂ ਦੱਸਿਆ ਹੀ ਨਹੀਂ ਕਿ ਆਹ ਜਿਹੜੀ ਕੈਟਾਗਰੀ ਵਾਲੇ ਲੋਕ ਆ ਉਹ ਹੈਲ ਦੇ ਵਿੱਚ, ਨਰਕ ਦੇ ਵਿੱਚ ਜਾਣੇ ਆ। ਇੱਕ ਜਿਹੜਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਆ, ਇੱਥੇ ਲਿਖਿਆ ਧੋਖਾ ਨਾ ਖਾਓ। ਇਹਦੇ ਲਿਖਿਆ 9 ਆਇਤ 'ਚ ਲਿਖਿਆ ਧੋਖਾ ਨਾ ਖਾਓ। ਇਹਦਾ ਮਤਲਬ ਕਿ ਤੁਹਾਨੂੰ ਲੋਕੀ ਧੋਖਾ ਦੇਣਗੇ, ਤੁਹਾਨੂੰ ਕਹਿਣਗੇ ਠੀਕ ਆ ਥੋੜਾ ਥੋੜਾ ਕਰ ਲਿਆ ਕਰੋ, ਪਰ ਉਹਦੇ ਵਿੱਚ ਲਿਖਿਆ ਧੋਖਾ ਨਾ ਖਾਈਓ। ਅਗਰ ਤੁਹਾਨੂੰ ਕੋਈ ਕਹਿੰਦਾ ਵੀ ਆ, ਤੁਹਾਨੂੰ ਅਪਰੂਵਲ ਵੀ ਦਿੰਦਾ ਆ, ਚਾਹੇ ਉਹ ਪਰਮੇਸ਼ਰ ਦਾ ਦਾਸ ਵੀ ਆ, ਧੋਖਾ ਨਾ ਖਾਓ। ਕਿਆ ਤੁਹਾਨੂੰ ਦੁਨੀਆ ਕਹਿੰਦੀ ਆ, ਤੁਹਾਡੇ ਮਮ ਡੈਡ ਵੀ ਕਹਿ ਦਿੰਦੇ ਆ। ਅੱਜ ਕੱਲ ਮਮ ਡੈਡ ਸਭ ਤੋਂ ਪਹਿਲਾਂ ਅਪਰੂਵਲ ਦੇਣ ਵਾਲੇ, ਅੱਜ ਕੱਲ ਮਮ ਡੈਡ ਉਹ ਨਹੀਂ, ਇੰਗਲੈਂਡ ਦੇ ਨਿਆਣੇ ਇਦਾਂ ਹੀ ਕਰਦੇ ਹੀ ਆ, ਇਦਾਂ ਸਾਰੇ ਨਿਆਣੇ ਇੱਥੇ ਇਦਾਂ ਹੀ ਕਰਦੇ ਆ। ਫਿਰ ਸਾਰੇ ਨਿਆਣੇ ਤਾਂ ਨਰਕ ਵਿੱਚ ਜਾ ਰਹੇ ਆ, ਤੁਹਾਡੇ ਬੱਚੇ ਵੀ ਨਰਕ ਵਿੱਚ ਚੱਲ ਜੂਗੇ। ਇੱਥੇ ਬੱਚੇ ਦੇ ਕੇ ਕੰਡਾ ਚੁੱਭ ਜਾਂਦਾ, ਸਾਡੇ ਦਿਲ ਬਾਹਰ ਨੂੰ ਆ ਜਾਂਦਾ। ਮੈਨੂੰ ਪਤਾ ਮੇਰੇ ਬੱਚੇ ਨੂੰ ਕੁਝ ਹੋ ਜਾਂਦਾ ਆ, ਉਹ ਹੰਝੂ ਬਾਅਦ ਚੋਂ ਛੱਡਦੇ ਆ, ਸਾਡਾ ਖੂਨ ਪਹਿਲਾਂ ਛੱਡ ਜਾਂਦਾ ਆ। ਤੇ ਸੋਚ ਕੇ ਦੇਖੋ, ਅਗਰ ਤੁਹਾਡੇ ਬੱਚੇ ਜਿਹੜੀ ਤੁਸੀਂ ਅਪਰੂਵਲ ਦੇ ਰਹੇ ਆ ਉਹਨਾਂ ਨੂੰ, ਕੱਲ ਨੂੰ ਨਰਕ ਦੇ ਵਿੱਚ, ਉਹ ਇਟਰਨਲ ਲੇਕ ਆਫ ਫਾਇਰ ਦੇ ਵਿੱਚ ਸੜਨਗੇ, ਚਾਹੇ ਤੁਸੀਂ ਹੈਵਨ ਦੇ ਵਿੱਚ ਹੋਵੋ, ਤੁਹਾਨੂੰ ਕਿੱਦਾਂ ਫੀਲ ਹੋਊਗਾ? ਬਾਈਬਲ ਦੇ ਵਿੱਚ ਲਿਖਿਆ ਧੋਖਾ ਨਾ ਖਾਓ। ਇਹ ਬਹੁਤ ਵਾਸਟ ਟੌਪਿਕ ਆ, ਮੇਬੀ ਸ਼ਾਇਦ ਇਹਦੇ ਵਿੱਚ ਦੋ ਆਪਾਂ ਨੂੰ ਇਹਦੇ ਪਾਠ ਕਰਨੇ ਪਊਗੇ। ਮੈਂ ਤੁਹਾਨੂੰ ਦੱਸਿਆ ਕਿ ਪਾਪ ਜਿਹੜਾ ਆ ਉਹ ਤੁਹਾਡਾ ਬਹੁਤ ਵੱਡਾ ਦੁਸ਼ਮਣ ਆ। ਇੱਦਾਂ ਹੀ ਆ, ਬਾਈਬਲ ਪ੍ਰੂਵ ਕਰਦੀ ਆ, ਸਕ੍ਰਿਪਚਰ ਪ੍ਰੂਵ ਕਰਦੇ ਆ ਕਿ ਜਿਹੜਾ ਪਾਪ ਆ ਉਹ ਤੁਹਾਡਾ ਬਹੁਤ ਵੱਡਾ ਐਨੀਮੀ ਆ। ਪਰ ਪਾਪ ਤੋਂ ਵੀ ਵੱਡਾ ਇੱਕ ਐਨੀਮੀ ਆ, ਉਹ ਪਾਪ ਤੋਂ ਵੀ ਵੱਡਾ ਆ, ਉਹ ਹੈਗਾ ਇਗਨੋਰੈਂਸ। ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ ਇਹਨਾਂ ਦੀ, ਕਹਿੰਦੇ ਇਗਨੋਰੈਂਸ ਇਜ਼ ਬਲੈਸ। ਠੀਕ ਆ, ਜੇ ਤੁਹਾਨੂੰ ਨਾਲ ਕੋਈ ਪੰਗੇ ਲੈ ਰਿਹਾ, ਤੁਹਾਨੂੰ ਟਰਬਲ ਦੇ ਵਿੱਚ ਪਾਉਣ ਦੀ ਟਰਾਈ ਕਰ ਰਿਹਾ, ਤੁਹਾਨੂੰ ਪ੍ਰਵੋਕ ਕਰ ਰਿਹਾ, ਤੁਸੀਂ ਉਹਨੂੰ ਇਗਨੋਰ ਕਰਦੇ ਆ, ਇਟ ਇਜ਼ ਅ ਬਲੈਸਿੰਗ ਫॉर ਯੂ, ਇਹ ਤੁਹਾਡੇ ਲਈ ਬਲੈਸਿੰਗ ਆ। ਪਰ ਜਿਹੜੀ ਇਗਨੋਰੈਂਸ ਆ ਪਾਪ ਦੇ ਪ੍ਰਤੀ, ਉਹ ਉਸ ਤੋਂ ਵੀ ਵੱਡੀ ਡੇਂਜਰ ਆ ਤੁਹਾਡੇ ਲਈ। ਕਿ ਪਾਪ ਕਰਕੇ ਅਸੀਂ ਇਗਨੋਰ ਕਰ ਦਿੰਦੇ ਆ, ਉਹ ਬਹੁਤ ਡੇਂਜਰਸ ਆ। ਹਾਲੇਲੂਇਆ, ਸਮਝ ਲੱਗੀ ਕੁਛ ਪਾਪ ਦੇ ਬਾਰੇ? ਕਿ ਪਾਪ ਬਹੁਤ ਡੇਂਜਰਸ ਚੀਜ਼ ਆ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਸਾਰੀ ਦੁਨੀਆ ਲੱਗੀ ਹੋਈ ਆ। ਲਾਸਟ ਵੀਕ ਸੈਟਰਡੇ ਇੱਥੇ ਇਹਨਾਂ ਨੇ ਪਰੇਡ ਕੱਢੀ ਆ, LGBTQ ਵਾਲਿਆਂ ਨੇ, ਟਰਾਂਸਜੈਂਡਰ, ਲੈਸਬੀਅਨ, ਉਹਨਾਂ ਨੇ ਕਾਮਨ ਕਰ ਦਿੱਤਾ। ਤੁਸੀਂ ਆਕਸਫੋਰਡ ਯੂਨੀਵਰਸਿਟੀ ਦੇਖੋ, ਉੱਥੇ ਝੰਡੇ ਲਾਏ ਹੋਏ, ਰੇਨਬੋ ਵਾਲੇ ਝੰਡੇ ਦੇਖੇ ਸਾਰਿਆਂ ਨੇ। ਯੂਨੀਵਰਸਿਟੀ ਅਪਰੂਵ ਕਰ ਰਹੀ ਆ, ਹਾਂ ਠੀਕ ਆ, ਇਹ ਇਟਸ ਕਿਊਟ, ਇਸ ਉਹ ਇਨੋਸੈਂਟ ਪੀਪਲ ਆ, ਸਾਨੂੰ ਇਹਨਾਂ ਦੇ ਰਾਈਟਸ ਲਈ ਖੜੇ ਹੋਣਾ ਚਾਹੀਦਾ ਆ। ਪਰ ਉਹ ਕੀ ਆ, ਸਕੂਲਸ ਦੀ ਬਿਲਡਿੰਗਸ ਦੇ ਉੱਤੇ ਝੰਡੇ ਲੱਗੇ ਹੋਏ ਆ। ਸਕੂਲਸ ਦੇ ਵਿੱਚ ਸਾਡੇ ਛੋਟੇ ਛੋਟੇ 3-3 ਸਾਲ 4-4 ਸਾਲ ਦੇ ਬੱਚਿਆਂ ਨੂੰ ਇਹਦੇ ਬਾਰੇ ਅਵੇਅਰ ਕਰਨਾ ਸਟਾਰਟ ਕਰਤਾ ਆ ਕਿ ਨਹੀਂ ਇਹ ਠੀਕ ਆ, ਇਹ ਵਾਕਈ ਇੱਦਾਂ ਹੁੰਦਾ, ਤੁਸੀਂ ਆਪਣਾ ਸੈਕਸ ਚੇਂਜ ਕਰ ਸਕਦੇ ਹੋ। ਅੱਜ ਕੱਲ੍ਹ ਆਪਸ਼ਨ ਦਿੱਤੀ ਜਾ ਰਹੀ ਆ, ਤੁਸੀਂ ਆਪਣਾ ਸੈਕਸ ਚੂਜ਼ ਕਰ ਰਹੇ ਆ। 3 ਸਾਲ ਦੇ ਬੱਚੇ ਨੂੰ ਪਤਾ ਆ ਕਿ ਮੈਂ ਸੈਕਸ ਚੂਜ਼ ਕਰਨਾ ਹੈ ਆਪਣਾ। ਉਹ ਕੱਪੜੇ ਤਾਂ ਆਪਣੇ ਚੂਜ਼ ਨਹੀਂ ਕਰ ਸਕਦਾ,
ਉਹ ਸ਼ੂ ਆਪਣੇ ਚੂਜ਼ ਨਹੀਂ ਕਰ ਸਕਦਾ, ਤੁਸੀਂ ਉਹਨੂੰ ਕਹਿੰਦੇ ਆ ਕਿ ਸੈਕਸ ਚੂਜ਼ ਕਰ ਸਕਦਾ, ਕਿ ਤੂੰ ਚੂਜ਼ ਕਰਨਾ ਆ ਕਿ ਤੂੰ ਮੈਨ ਆ ਕਿ ਵੂਮੈਨ ਆ, ਕਿ ਤੂੰ ਗੇ ਆ, ਤੂੰ ਟਰਾਂਸਜੈਂਡਰ ਆ, ਤੂੰ ਲੈਸਬੀਅਨ ਆ। 4 ਸਾਲ ਦੇ ਬੱਚੇ ਨੂੰ। ਇੱਕ ਮੈਂ ਵੀਡੀਓ ਦੇਖੀ, ਇੱਕ ਇੰਗਲਿਸ਼ ਲੇਡੀ ਸੀਗੀ ਗੋਰੀ, ਉਹ ਆਪਣੇ ਨੇਬਰ ਦੇ ਜਾ ਕੇ ਡੋਰ ਨੌਕ ਕਰਦੀ ਆ। ਉਹਦੀ ਮੇਰੇ ਖਿਆਲ ਦੇ ਵਿੱਚ 1.5 ਸਾਲ ਦੀ ਬੱਚੀ ਆ, 2 ਸਾਲ ਦੀ ਬੱਚੀ ਆ, ਛੋਟੀ ਜੀ। ਤੇ ਉਹਨੂੰ ਡੋਰ ਨੌਕ ਕਰਕੇ ਕਹਿੰਦੀ ਕਿ ਮੈਂ ਬਹੁਤ ਦੇਰ ਤੋਂ ਦੇਖ ਰਹੀ ਹਾਂ ਕਿ ਤੂੰ ਆਪਣੇ ਬੱਚੇ ਦੇ ਪਿੰਕ ਹੀ ਕੱਪੜੇ ਪਾਉਂਦਾ ਹਮੇਸ਼ਾ ਨਾ। ਉਹ ਕਹਿੰਦਾ ਕਿ ਕੁੜੀ ਆ, ਹਨਾ। ਕਹਿੰਦੀ ਤੈਨੂੰ ਕਿਹਨੇ ਰਾਈਟ ਦੇ ਦਿੱਤਾ ਕਿ ਤੂੰ ਉਹਨੂੰ ਕਵੇਂ ਕਿ ਉਹ ਗਰਲ ਆ। ਉਹ ਬੰਦਾ ਵੀਡੀਓ ਬਣਾ ਰਿਹਾ, ਵੀਡੀਓ ਨਹੀਂ ਬਣਾ ਰਿਹਾ ਕਿ ਉਹਦੇ ਬੈਲ ਲੱਗੀ, ਬੈਲ ਦੇ ਵਿੱਚ ਸਾਰਾ ਕੁਝ ਰਿਕਾਰਡ ਹੋ ਰਿਹਾ। ਉਹ ਉਹਨੂੰ ਕਹਿ ਰਿਹਾ ਕਿ ਤੇਰਾ ਦਿਮਾਗ ਠੀਕ ਆ। ਕਹਿੰਦਾ ਕਿ 1.5 ਸਾਲ ਦੀ ਬੱਚੀ ਆ ਉਹ, ਤੇ ਕੁੜੀ ਆ, ਉਹਦੇ ਪਿੰਕ ਮੈਂ ਪਾਤਾ, ਤੇ ਇਹਦੇ ਵਿੱਚ ਕੀ ਮੈਂ ਰੌਂਗ ਕਰ ਦਿੱਤਾ। ਕਹਿੰਦੀ ਤੂੰ ਕਿੱਦਾਂ 100% ਆ ਕਿ ਕੁੜੀ ਆ ਉਹ, ਸ਼ਾਇਦ ਉਹ ਵੱਡੀ ਹੋ ਕੇ ਮੁੰਡਾ ਨਿਕਲੇ। ਉਹ ਬੰਦਾ ਆਪਣਾ ਕੰਧਾਂ ਦੇ ਵਿੱਚ ਸਿਰ ਮਾਰ ਰਿਹਾ ਕਿ ਯਾਰਾ ਤੁਸੀਂ ਕਿਹੜੇ ਪਾਸੇ ਚਲੇ ਗਏ ਹੋ। ਇੱਥੋਂ ਤੱਕ ਸ਼ੈਤਾਨ ਸਾਨੂੰ ਲੈ ਆਇਆ। 3-3, 4-4 ਸਾਲ ਦੇ ਬੱਚਿਆਂ ਨੂੰ ਲੀਗਲ ਕਰ ਦਿੱਤਾ ਕਿ ਤੁਸੀਂ ਆਪਣਾ ਸੈਕਸ ਚੇਂਜ ਕਰ ਸਕਦੇ ਹੋ। ਲੀਗਲ ਕਰ ਦਿੱਤਾ ਕਿ ਜਿਹੜਾ ਇੱਕ ਇਨਸਾਨ ਆ, ਇੱਕ ਬੰਦਾ ਆ, ਉਹ ਬੰਦੇ ਦੇ ਨਾਲ ਸੋ ਸਕਦਾ, ਔਰਤ ਦੇ ਨਾਲ ਸੋ ਸਕਦੀ, ਤੁਸੀਂ ਸ਼ਰਾਬ ਪੀ ਸਕਦੇ ਆ, ਤੁਸੀਂ ਨਸ਼ੇ ਕਰ ਸਕਦੇ ਆ, ਤੁਸੀਂ ਵਿਭਾਚਾਰ ਕਰ ਸਕਦੇ ਆ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਕਈ ਬੰਦੇ ਕਹਿੰਦੇ ਕਿ ਇਹ ਸਾਰਾ ਇਨੋਸੈਂਟ ਆ, ਇਹਨਾਂ ਦੇ ਰਾਈਟਸ ਆ, ਸਾਨੂੰ ਖੜੇ ਹੋਣਾ ਚਾਹੀਦਾ। ਆਪਾਂ ਨੂੰ ਪਤਾ ਪਰਮੇਸ਼ਵਰ ਨੇ ਸਦੋਮ ਤੇ ਗਮੋਰਾ ਕਿਉਂ ਤਬਾਹ ਕਰ ਦਿੱਤੇ ਸੀਗੇ? ਆਹੀ ਰੀਜ਼ਨ ਸੀਗਾ। ਤਾਂ ਉਹ ਚਰਚ ਨੂੰ ਕਿੰਨੇ ਰਾਈਟ ਦਿੱਤਾ ਕਿ ਤੁਸੀਂ ਉੱਥੇ ਸਦੋਮ ਤੇ ਗਮੋਰਾ ਵਾਲਾ ਜਿਹੜਾ ਫਲੈਗ ਆ ਉਹਨੂੰ ਲਹਿਰਾਓ ਪਰਮੇਸ਼ਵਰ ਦੀ ਪਵਿੱਤਰ ਹੈਕਲ ਦੇ ਵਿੱਚ। ਉਹ ਜਿਹੜੇ ਪਰਮੇਸ਼ਵਰ ਦੇ ਵੈਰੀ ਆ ਉਹਦਾ ਝੰਡਾ ਲੈ ਕੇ ਤੁਸੀਂ ਲਹਿਰਾਓ ਕਿ ਪਰਮੇਸ਼ਵਰ ਤੁਹਾਨੂੰ ਤਬਾਹ ਨਹੀਂ ਕਰੂਗਾ। ਕੀ ਸੋਚਦੇ? ਪਰਮੇਸ਼ਵਰ ਦਾ ਮਜ਼ਾਕ ਬਣਾ ਛੱਡਿਆ ਤੁਸੀਂ, ਮਜ਼ਾਕ ਬਣਾ ਛੱਡਿਆ ਕ੍ਰਿਸਚੈਨਿਟੀ ਦਾ। ਨਹੀਂ, ਅਸੀਂ ਪਿਆਰ ਕਰਦੇ ਆ, ਅਸੀਂ ਪਿਆਰ ਕਰਦੇ ਆ। ਆਪਣੇ ਕੋਲ ਪ੍ਰੋਜੈਕਟਰ ਹੈ ਨਹੀਂ ਆ, ਪਰ ਮੈਂ ਤੁਹਾਨੂੰ ਬਾਅਦ ਵਿੱਚ ਮੈਨੂੰ ਯਾਦ ਕਰਾਇਆ ਜਦੋਂ ਆਪਣੀ ਫਿਨਿਸ਼ ਹੋ ਗਈ। ਅਸੀਂ ਮੇਬੀ 6 ਜਾਂ 7 ਜਣੇ ਸੀਗੇ ਡਿਫਰੈਂਟ ਚਰਚਿਸ ਦੇ। ਉੱਥੇ ਅਸੀਂ ਗਏ ਸੀ, ਅਪੋਜ਼ ਨਹੀਂ ਕਰਨ ਗਏ ਸੀਗੇ, ਪਰ ਜਿਹੜੇ ਇਨੋਸੈਂਟ ਛੋਟੇ ਛੋਟੇ ਬੱਚਿਆਂ ਨੂੰ ਉਹ ਨਾਲ ਲੈ ਕੇ ਗਿਆ ਸੀ। ਪਰੇਡ ਉਹਨਾਂ ਨੇ ਕੱਢੀ ਟਾਊਨ ਦੇ ਵਿੱਚ। ਅਸੀਂ ਉਹਨਾਂ ਨੂੰ ਲੀਫਲੈਟ ਦੇਣ ਗਏ ਸੀਗੇ, ਗੋਸਪਲ ਪ੍ਰੀਚ ਕੀਤਾ ਗਿਆ। ਸਾਨੂੰ ਉਹਨਾਂ ਨੇ ਬਹੁਤ ਬੁਰਾ ਭਲਾ ਵੀ ਕਿਹਾ ਕਿਉਂਕਿ ਉਹ ਹਜ਼ਾਰਾਂ ਦੇ ਵਿੱਚ ਸੀਗੇ, ਅਸੀਂ ਮੇਬੀ 10 ਜਣੇ ਸੀਗੇ। ਪਰ ਬਹੁਤ ਲੋਕ ਸਾਡੇ ਕੋਲ ਆਏ, ਕਹਿੰਦੇ ਥੈਂਕ ਗੋਡ, ਕਹਿੰਦੇ ਕ੍ਰਿਸਚਨ ਹੈ ਜਿਹੜੇ ਹਾਲੇ ਵੀ ਬਾਹਰ ਨਿਕਲਦੇ ਆ, ਨਹੀਂ ਤਾਂ ਲੋਕਾਂ ਨੇ ਕਹਿੰਦੇ ਇਹਨਾਂ ਦੇ ਅੱਗੇ ਘੁਟਨੇ ਟੇਕ ਦਿੱਤੇ। ਤੇ ਤੁਸੀਂ ਹੈਰਾਨ ਹੋ ਜੂਗੇ ਕਿ ਜਿਹੜੇ ਸੈਟਨ ਵਰਸ਼ਿਪਰਸ, ਡੈਵਲ ਵਰਸ਼ਿਪਰਸ ਓਪਨਲੀ ਉਸ ਪਰੇਡ ਨੂੰ ਲੀਡ ਕਰ ਰਹੇ ਸੀਗੇ। ਮੈਂ ਤੁਹਾਨੂੰ ਪਿਕਚਰਸ ਦਿਖਾਊਂਗਾ, ਮੈਂ ਆਪਣੇ ਹੱਥ ਨਾਲ ਖਿੱਚੀਆਂ। ਉਹਨਾਂ ਦੇ ਝੰਡੇ ਸੀਗੇ ਰੇਨਬੋ ਵਾਲੇ ਝੰਡੇ, ਉੱਤੇ ਲਿਖਿਆ ਹੋਇਆ ਸੀਗਾ ਫਰੋਮ ਸੈਟਨਸ ਟੈਂਪਲ, ਸ਼ੈਤਾਨ ਦੇ ਮੰਦਿਰ ਤੋਂ। ਉਹ ਲੋਕ ਓਪਨਲੀ, ਪਹਿਲਾਂ ਲੋਕੇ ਉਹਨੂੰ ਸਪੋਰਟ ਕਰਦੇ ਸੀ, ਅੱਜ ਉੱਥੇ ਕੀ ਕਰ ਰਹੇ ਸੀ? ਓਪਨਲੀ ਪਰੇਡ ਦੇ ਵਿੱਚ ਆਪਣੇ ਝੰਡੇ ਲੈ ਕੇ, ਸ਼ੈਤਾਨ ਦੇ ਝੰਡੇ ਲੈ ਕੇ ਉੱਪਰ ਓਪਨਲੀ ਉਹਨਾਂ ਨੇ ਲਿਖਿਆ ਸੈਟਨ ਵਰਸ਼ਿਪਰਸ, ਸੈਟਨ ਟੈਂਪਲ। ਓਪਨਲੀ ਉਹ ਉਹਨਾਂ ਨੂੰ ਇਨਕਰੇਜ ਕਰ ਰਹੇ ਸੀਗੇ, ਉਹਨਾਂ ਨੂੰ ਲੀਡ ਕਰ ਰਹੇ ਸੀਗੇ। ਤੇ ਚਰਚ ਕੀ ਕਹਿ ਰਹੀ ਆ? ਉਹ ਇਨੋਸੈਂਟ ਆ, ਅਪਰੂਵਲ ਦੇ ਰਹੀ ਆ ਉਹਨੂੰ। ਕੀ ਉਹਦਾ ਹਿਸਾਬ ਨਹੀਂ ਦੇਣਾ ਪਊਗਾ? ਪਰਮੇਸ਼ਵਰ ਲੈਣਗੇ ਹਿਸਾਬ। ਪ੍ਰੋਫਿਟੈਸ ਆ ਇੱਥੋਂ ਥੇਮਸ ਤੋਂ, ਇੱਕ ਉਹਦੇ ਹਸਬੈਂਡ ਵੀ ਸਾਡੇ ਨਾਲ ਸੀਗੇ, ਗੋਰੇ ਆ ਉਹ। ਉਹਦੇ ਹਸਬੈਂਡ ਦਾ ਨਾਮ ਟਿਮ ਆ, ਤੇ ਉਹਨਾਂ ਦੀ ਵਾਈਫ ਜਿਹੜੀ ਉਹ ਪ੍ਰੋਫਿਟੈਸ ਆ ਇੱਥੋਂ ਥੇਮਸ ਤੋਂ। ਉਹਨੇ ਜੈਸ ਟਾਈਮ ਅਸੀਂ ਪ੍ਰੀਚ ਕਰ ਰਹੇ ਸੀ, ਪਰੇਡ ਜਾ ਰਹੀ ਸੀਗੀ, ਉਹਨੇ ਉਸੇ ਵੇਲੇ ਮੈਸੇਜ ਭੇਜਿਆ, ਕਹਿੰਦੀ ਮੈਂ ਦੇਖ ਰਹੀ ਹਾਂ ਕਿ ਇਹ ਜਿਹੜਾ ਇੱਕ ਛੋਟਾ ਜਿਹਾ ਗਰੁੱਪ ਆ, ਇਹ ਇੱਦਾਂ ਆ ਜਿੱਦਾਂ ਆਰਕ ਆਫ ਕਵਨੈਂਟ, ਜਿੱਦਾਂ ਪਰਮੇਸ਼ਵਰ ਦਾ ਅਹਿਦ ਦਾ ਸੰਦੂਕ ਆ। ਕਹਿੰਦੀ ਮੈਂ ਆਤਮਾ ਦੇ ਵਿੱਚ ਦੇਖਦੀ ਹਾਂ ਕਿ ਤੁਸੀਂ ਉਸ ਤਰੀਕੇ ਦੇ ਨਾਲ, ਤੁਸੀਂ ਅਹਿਦ ਦੇ ਸੰਦੂਕ ਵਾਂਗੂ ਮੈਨੂੰ ਦੇਖ ਰਹੇ ਹੋ ਕਿ ਜਿਹੜਾ ਗਡੌਨ, ਜਿਹੜਾ ਇੱਕ ਕੋਈ ਉਹਨੂੰ ਮੰਨਦੇ ਸੀ, ਉਹਦੀ ਮੂਰਤੀ ਸੀ ਬਹੁਤ ਵੱਡੀ, ਉਹਦੇ ਮੰਦਿਰ ਦੇ ਵਿੱਚ ਉਹਨਾਂ ਨੇ ਕੀ ਸੀਗਾ? ਪਰਮੇਸ਼ਵਰ ਦਾ ਜਿਹੜਾ ਅਹਿਦ ਦਾ ਸੰਦੂਕ ਆ ਰੱਖ ਦਿੱਤਾ ਸੀਗਾ। ਤੇ ਜਦੋਂ ਸਵੇਰੇ ਆ ਕੇ ਦੇਖਿਆ ਤੇ ਜਿਹੜੀ ਉਹ ਮੂਰਤੀ ਸੀਗੀ ਥੱਲੇ ਡਿੱਗੀ ਹੋਈ ਸੀ, ਤੇ ਧੌਣ ਉਹਦੀ ਅਲੱਗ ਪਈ ਸੀਗੀ,
ਤੇ ਬਾਹਾਂ ਅਲੱਗ ਤੇ ਲੱਤਾਂ ਅਲੱਗ ਸੀ। ਤੇ ਉਹ ਪ੍ਰੋਫੈਟੈਸ ਕਹਿ ਰਹੀ ਸੀਗੀ ਕਿ ਮੈਨੂੰ ਇੱਦਾਂ ਸਪਿਰਿਟ ਦੇ ਵਿੱਚ ਦੇਖਿਆ ਕਿ ਤੁਸੀਂ ਉਹ ਅਹਿਦ ਦਾ ਸੰਦੂਕ ਹੋ ਤੇ ਤੁਹਾਡੇ ਉੱਥੇ ਬਾਹਰ ਜਾਣ ਦੇ ਨਾਲ ਜਿਹੜੀ ਉਹ ਸ਼ੈਤਾਨ ਦੀ ਮੂਰਤੀ ਥੱਲੇ ਡਿੱਗ ਕੇ ਚਕਨਾਚੂਰ ਹੋ ਗਈ ਆ। ਪਰ ਉਹਨੇ ਇੱਕ ਹੋਰ ਚੀਜ਼ ਦੇਖੀ, ਕਹਿੰਦੀ ਪਰ ਉਸ ਤੋਂ ਬਾਅਦ ਚੋਂ ਮੈਂ ਦੇਖਿਆ ਕਿ ਇੱਕ ਪਲੇਗ ਇਸ ਨੇਸ਼ਨ ਦੇ ਉੱਤੇ ਹੋਰ ਆ ਰਹੀ ਹੈ। ਪਲੇਗ ਕਿਉਂ? ਕਿਉਂਕਿ ਇਹ ਜਿਹੜੇ ਪਾਪ ਦੇ ਦੁਆਰਾ ਪਰਮੇਸ਼ਵਰ ਨੂੰ ਪ੍ਰਵੋਕ ਕਰ ਰਹੇ ਆ। ਅੱਜ ਤੋਂ 3 ਜਾਂ 4 ਸਾਲ ਪਹਿਲਾਂ ਮੈਂ ਦੇਖਿਆ ਸੀ, ਪਹਿਲੀ ਵਾਰੀ ਟਾਊਨ ਦੇ ਵਿੱਚ ਮੈਂ ਗਿਆ ਸੀਗਾ ਤੇ ਸਾਰੇ ਰੇਨਬੋ ਵਾਲੇ ਝੰਡੇ ਲੱਗੇ ਹੋਏ ਸੀਗੇ। ਤੇ ਮੈਂ ਪਰਮੇਸ਼ਵਰ ਤੋਂ ਮਰਸੀ ਲਈ ਪ੍ਰੇਅਰ ਕੀਤੀ ਸੀਗੀ, ਪਰ ਮੈਨੂੰ ਪਤਾ ਸੀਗਾ ਕਿ ਇੱਥੇ ਪਰਮੇਸ਼ਵਰ ਦੀ ਜੱਜਮੈਂਟ ਆਉਣੀ ਆ। ਸ਼ਾਇਦ ਮੈਂ ਕਈ ਲੋਕਾਂ ਨੂੰ ਕਿਹਾ ਵੀ ਸੀਗਾ। ਕਿਉਂ? ਕਿਉਂਕਿ ਮੈਨੂੰ ਪਤਾ ਸੀ ਕਿ ਪਰਮੇਸ਼ਵਰ ਨੂੰ ਪ੍ਰਵੋਕ ਕੀਤਾ ਆ। ਤੇ ਉਸ ਤੋਂ ਬਾਅਦ ਚੋਂ ਕਰੋਨਾ ਵਾਇਰਸ ਬ੍ਰੇਕ ਆਊਟ ਹੋਇਆ ਸੀਗਾ। ਅਗਰ ਤੁਹਾਨੂੰ ਯਾਦ ਹੋਵੇ, ਮੇਰੇ ਖਿਆਲ 3 ਸਾਲ ਪਹਿਲਾਂ ਦੀ ਗੱਲ ਹੀ ਹੈ। ਇਹ ਜਦੋਂ ਇਹਨਾਂ ਨੇ ਝੰਡੇ ਲਾਉਣੇ ਸਟਾਰਟ ਕਰ ਦਿੱਤੇ ਸ਼ੈਤਾਨ ਦੇ, ਪਰਮੇਸ਼ਵਰ ਪ੍ਰਵੋਕ ਹੋ ਕੇ ਪਰਮੇਸ਼ਵਰ ਨੇ ਪਲੇਗ ਭੇਜੀ। ਤੇ ਸਾਨੂੰ ਪਤਾ ਆ ਨੇਸ਼ਨਸ ਦੀਆਂ ਜਿਹੜੀਆਂ ਆ ਕਰੰਸੀ ਆ, ਫਾਈਨੈਂਸਿਸ ਆ, ਤਬਾਹ ਹੋ ਗਏ। ਕਿੰਨੇ ਲੋਕ ਮਰੇ ਆ। ਇਹ ਜਦੋਂ ਕੋਈ ਵੀ ਪਾਪ ਅਸੀਂ ਕਰਦੇ ਆ, ਪਾਪ ਨੂੰ ਲੀਗਲਾਈਜ਼ ਕਰਦੇ ਆ, ਪਰਮੇਸ਼ਵਰ ਨੂੰ ਪ੍ਰਵੋਕ ਕਰਨ ਵਾਲੀ ਗੱਲ ਆ। ਤੇ ਪਰਮੇਸ਼ਵਰ ਦੀ ਜੱਜਮੈਂਟ ਤੁਹਾਡੇ ਤੇ ਆਉਂਦੀ ਆ, ਧਰਤੀ ਦੇ ਉੱਤੇ ਵੀ ਤੇ ਧਰਤੀ ਤੋਂ ਬਾਅਦ ਵਿੱਚ ਤਾਂ ਹੈ ਹੀ ਹੈ। ਹਾਲੇਲੂਇਆ। ਅਸੀਂ ਇਹ ਤਾਂ ਜਾਣ ਲਿਆ ਕਿ ਜਿਹੜਾ ਸਿਨ ਆ ਕਿੰਨਾ ਡੇਂਜਰਸ ਆ ਸਾਡੇ ਲਈ, ਬਹੁਤ ਡੇਂਜਰਸ ਆ। ਪਰ ਹੁਣ ਸਿਨ ਤਾਂ ਸਾਨੂੰ ਪਤਾ ਲੱਗ ਗਿਆ ਕਿ ਡੇਂਜਰਸ ਆ। ਹੋ ਸਕਦਾ ਅਸੀਂ ਕੀਤੇ ਵੀ ਹੋਣ, ਮੈਂ ਵੀ ਕੀਤੇ, ਮੈਂ ਵੀ ਪਾਪੀ ਸੀਗਾ। ਮੈਂ ਬਹੁਤ, ਪਤਾ ਨਹੀਂ ਸ਼ਾਇਦ ਤੁਹਾਡੇ ਤੋਂ ਵੀ ਬਹੁਤ ਜ਼ਿਆਦਾ ਪਾਪ ਕੀਤੇ ਹੋਣ। ਤੁਸੀਂ ਮੇਰੀ ਲਾਈਫ ਨਹੀਂ ਜਾਣਦੇ, ਮੈਂ ਤੁਹਾਡੀ ਲਾਈਫ ਨਹੀਂ ਜਾਣਦਾ। ਪਰ ਹੁਣ ਸਾਡੇ ਕੋਲ ਰਾਹ ਕੀ ਬਚਦਾ ਆ ਕਿ ਅਗਰ ਅਸੀਂ ਪਾਪ ਕਰ ਲਿਆ ਤਾਂ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਜਿਨ੍ਹਾਂ ਨੇ ਪਾਪ ਕੀਤੇ ਆ ਉਹ ਇਟਰਨਲ ਹੈਲ ਦੇ ਵਿੱਚ ਹੈ ਹੀ ਹੈ, ਜਾਣਾ ਹੀ ਜਾਣਾ ਉਹਨਾਂ ਨੇ ਹੈਲ ਦੇ ਵਿੱਚ। ਪਰ ਸਾਡੇ ਕੋਲ ਹੁਣ ਰਸਤਾ ਕੀ ਬਚਦਾ ਆ? ਉਹ ਪਾਪ ਤੋਂ ਛੁਟਕਾਰਾ ਪਾਉਣ ਦਾ। ਇਹ ਵਰਸ ਮੈਂ ਤੁਹਾਡੇ ਲਈ ਇੱਕ ਵਰਸ ਪੜ੍ਹੂੰਗਾ, ਇੱਕ ਤੁਹਾਡੇ ਲਈ ਪਰਮੇਸ਼ਵਰ ਦਾ ਵਚਨ ਪੜ੍ਹੂੰਗਾ, ਜਿਹੜਾ ਕਿ ਮੈਨੂੰ ਲੱਗਦਾ ਕਿ ਮੈਂ ਪਿਛਲੇ 3 ਸਰਮਨਸ ਦੇ ਵਿੱਚ ਵੀ ਪੜ੍ਹਿਆ। ਤੇ ਮੈਨੂੰ ਲੱਗ ਰਿਹਾ ਕਿ ਪਰਮੇਸ਼ਵਰ ਇਹਦੇ ਥਰੂ ਬਹੁਤ, ਕਿਉਂਕਿ 3 ਵੀਕ ਹੋ ਗਏ ਆ ਮੈਂ ਰੈਗੂਲਰਲੀ ਆਹ ਵਚਨ ਪੜ੍ਹ ਰਿਹਾ ਆ। ਤਾਂ ਮੈਨੂੰ ਲੱਗਦਾ ਕਿ ਇਹ ਵਚਨ ਬਹੁਤ ਅੱਜ ਦੀ ਡੇਟ ਦੇ ਵਿੱਚ ਬਹੁਤ ਇੰਪੋਰਟੈਂਟ ਆ। ਪਿਛਲੀ ਵਾਰੀ ਕਿਸੇ ਹੋਰ ਸੰਦਰਭ ਦੇ ਵਿੱਚ ਮੈਂ ਕਿਹਾ ਸੀਗਾ, ਪਰ ਅੱਜ ਮੈਂ ਤੁਹਾਨੂੰ ਉਹਦਾ ਇੱਕ ਡਿਫਰੈਂਟ ਪਹਿਲੂ ਦੱਸੂਗਾ। ਮੈਥਿਊ ਚੈਪਟਰ 3 ਵਰਸ 2, ਮੱਤੀ ਦੀ ਅੰਜੀਲ ਉਹਦਾ 3 ਅਧਿਆਏ ਉਹਦੀ 2 ਆਇਤ। ਬਾਈਬਲ ਦੇ ਵਿੱਚ ਲਿਖਿਆ, ਮਨ ਫਿਰਾਓ ਕਿਉਂਕਿ ਸਵਰਗ ਦਾ ਰਾਜ ਨਿਕਟ ਆ ਗਿਆ ਹੈ। ਕੀ ਲਿਖਿਆ? ਮਨ ਫਿਰਾਓ ਕਿਉਂਕਿ ਸਵਰਗ ਦਾ ਰਾਜ ਨਿਕਟ ਆ ਗਿਆ ਹੈ। ਪਿਛਲੀ ਵਾਰੀ ਮੈਂ ਤੁਹਾਨੂੰ ਰਾਜੇ ਬਾਰੇ ਦੱਸਿਆ ਸੀਗਾ ਕਿ ਪਰਮੇਸ਼ਰ, ਕਿ ਜਿਹੜੀ ਕ੍ਰਿਸਚੀਅਨਿਟੀ ਆ ਉਹ ਕੋਈ ਧਰਮ ਨਹੀਂ ਆ, ਉਹ ਕੀ ਆ? ਇੱਕ ਰਾਜ ਆ। ਅਗਰ ਤੁਸੀਂ ਉਹ ਨਹੀਂ ਸੁਣਿਆ ਤਾਂ ਪਲੀਜ਼ YouTube ਤੇ ਹੈ, ਤੁਸੀਂ ਉਹ ਸੁਣ ਸਕਦੇ ਹੋ। ਤੁਹਾਨੂੰ ਕਲੀਅਰ ਹੋ ਜਾਊਗਾ ਕਿ ਕ੍ਰਿਸਚੀਅਨਿਟੀ ਕਿੰਨਾ ਇੱਕ ਧਰਮ ਨਹੀਂ ਆ, ਪਰ ਇੱਕ ਰਾਜ ਆ, ਇੱਕ ਕਿੰਗਡਮ ਆ। ਪਰ ਇੱਥੇ ਲਿਖਿਆ ਮਨ ਫਿਰਾਓ, ਰਿਪੈਂਟ। ਬਾਈਬਲ ਦੇ ਵਿੱਚ ਲਿਖਿਆ ਰਿਪੈਂਟ, ਮਨ ਫਿਰਾਓ, ਤੌਬਾ ਕਰੋ। ਕਿ ਜਿਹੜੇ ਪਾਪ ਅਸੀਂ ਕੀਤੇ ਆ ਉਹ ਤੋਂ ਕੀ ਆ? ਤੌਬਾ ਕਰੋ। ਤੌਬਾ ਕਰਨ ਦੇ ਦੁਆਰਾ ਅਸੀਂ ਉਹ ਜਿਹੜੇ ਪਾਪਾਂ ਦਾ ਸਾਡੇ ਉੱਤੇ ਅਸਰ ਆ, ਪਾਪਾਂ ਨੇ ਸਾਨੂੰ ਜਕੜ ਲਿਆ ਆ, ਉਹ ਤੌਬਾ ਦੇ ਦੁਆਰਾ ਅਸੀਂ ਉਹ ਤੋਂ ਛੁੱਟ ਸਕਦੇ ਹਾਂ। ਵੈਰੀ ਇੰਪੋਰਟੈਂਟ ਆ। ਇੱਕ ਮੈਂ ਤੁਹਾਡੇ ਲਈ ਵਚਨ ਹੋਰ ਪੜ੍ਹੂੰਗਾ, ਤੁਹਾਨੂੰ ਕਲੀਅਰ ਹੋ ਜੂ। ਇਹ ਵਚਨ ਜੌਨ ਦਾ ਬੈਪਟਿਸਟ ਵੱਲੋਂ ਕਿਹਾ ਗਿਆ ਸੀਗਾ, ਜਿਹੜਾ ਮੈਥਿਊ ਚੈਪਟਰ 3 ਵਰਸ 2। ਜੌਨ ਦਾ ਬੈਪਟਿਸਟ, ਜਿਹਦੇ ਬਾਰੇ ਜੀਸਸ ਨੇ ਕਿਹਾ ਸੀਗਾ ਕਿ ਯਹੂਨਾ ਤੋਂ ਵੱਡਾ ਪ੍ਰੋਫਿਟ ਕੋਈ ਨਹੀਂ ਆ। ਯਿਸੂ ਮਸੀਹ ਨੂੰ ਪੁੱਛਿਆ ਸੀ ਕਿ ਸਭ ਤੋਂ ਵੱਡਾ ਪ੍ਰੋਫਿਟ ਕੌਣ ਆ? ਇੱਥੇ ਲੋਕੀ ਬਹੁਤ ਨਾਮ ਲੈਂਦੇ ਆ ਕਿ ਉਹ ਸਭ ਤੋਂ ਵੱਡਾ ਪ੍ਰੋਫਿਟ ਉਹ ਆ ਜੀ। ਮੈਂ ਕਿਹਾ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਜੀਸਸ ਨੇ ਕਿਹਾ ਸਭ ਤੋਂ ਵੱਡਾ ਮਹਾਨ ਪ੍ਰੋਫਿਟ ਕੌਣ ਆ? ਯਹੂਨਾ। ਇਹ ਯਹੂਨਾ ਦਾ ਵਚਨ ਹੈ ਜਿਹੜਾ ਮੈਂ ਤੁਹਾਡੇ ਲਈ ਹੁਣੀ ਪੜ੍ਹਿਆ। ਯਹੂਨਾ ਨੇ ਕਿਹਾ ਸੀ ਮਨ ਫਿਰਾਓ ਕਿਉਂਕਿ ਸਵਰਗ ਦਾ ਰਾਜ ਨਿਕਟ ਹੈ। ਹੁਣ ਜਿਹੜਾ ਮੈਂ ਮੈਥਿਊ 4:17 ਪੜ੍ਹਨ ਜਾ ਰਿਹਾ, ਇਹ ਜੀਸਸ ਦੇ ਮੂੰਹ ਦੇ ਵਚਨ ਆ। ਇਹ ਜੀਸਸ ਨੇ ਕਿਹਾ ਆ, उस समय से यीशु ने यह प्रचार करना आरंभ किया। यीशु ने हले प्रचार करना आरंभ ही किया है, शुरू ही किया है।
ਸਟਾਰਟ ਹੀ ਹੋਈ ਆ ਯਿਸੂ ਮਸੀਹ ਦੀ ਮਿਨਿਸਟਰੀ, ਪਹਿਲੇ ਹੀ ਦਿਨ ਆ ਹਾਲੇ। ਤੇ ਯਿਸੂ ਮਸੀਹ ਕੀ ਕਹਿ ਰਿਹਾ, ਬਹੁਤ ਇੰਪੋਰਟੈਂਟ ਗੱਲ ਹੀ ਹੋਊਗੀ ਜਿਹੜੀ ਪ੍ਰਭੂ ਯਿਸੂ ਨੇ ਕਹੀ ਆ, ਕਿਉਂਕਿ ਉਹਨਾਂ ਦੀ ਮਿਨਿਸਟਰੀ ਹਾਲੇ ਸਟਾਰਟ ਹੀ ਹੋਈ ਆ। ਪਹਿਲੇ ਹੀ ਵਚਨ ਯਿਸੂ ਮਸੀਹ ਦੇ ਕੀ ਆ, ਮਨ ਫਿਰਾਓ ਕਿਉਂਕਿ ਸਵਰਗ ਦਾ ਰਾਜ ਨਿਕਟ ਆਇਆ ਹੈ। ਕੀ ਕਿਹਾ, ਮਨ ਫਿਰਾਓ, ਤੌਬਾ ਕਰੋ, ਰਿਪੈਂਟ ਕਰੋ, ਜੋ ਤੁਸੀਂ ਕੀਤਾ ਆ ਪਾਪਾਂ ਦਾ ਰਿਪੈਂਟ ਕਰੋ। ਹੁਣ ਇੱਥੇ ਆ ਕੇ ਪ੍ਰੋਬਲਮ ਇੱਕ ਹੋਰ ਖੜੀ ਹੋ ਜਾਂਦੀ ਹੈ। ਰਿਪੈਂਟ ਨੂੰ ਵੀ ਆਪਾਂ ਇੱਕ ਬਹੁਤ ਨੋਰਮਲ ਚੀਜ਼ ਬਣਾ ਲਿਆ। ਰਿਪੈਂਟ ਦਾ ਅਗਰ ਤੁਸੀਂ ਹੀਬਰੂ ਵਰਡ ਦੇਖੋ, ਹੀਬਰੂ ਦੇ ਵਿੱਚ ਜਿਹੜਾ ਰਿਪੈਂਟ ਆ, ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਨੇ ਤੌਬਾ, ਹਿੰਦੀ ਦੇ ਵਿੱਚ ਕਹਿੰਦੇ ਨੇ ਤੌਬਾ, ਪਰ ਹੀਬਰੂ ਦੀ ਟਰਾਂਸਲੇਸ਼ਨ ਜਿਹੜੀ ਆ ਉਹਦਾ ਮਤਲਬ ਆ ਟਰਨ, ਫਿਰਨਾ, ਪਰੇ ਹੋਣਾ। ਜਿਹੜਾ ਹੀਬਰੂ ਵਰਡ ਆ ਰਿਪੈਂਟ, ਤੌਬਾ ਦਾ ਮਤਲਬ ਆ ਟਰਨ ਹੋਣਾ, ਪਰੇ ਹੋਣਾ। ਅੱਜ ਕੱਲ ਕੀ ਆ, ਰਿਪੈਂਟ, ਉਹ ਪ੍ਰਭੂ ਜੀ ਮੇਰੇ ਕੋਲ ਇਹ ਪਾਪ ਹੋ ਗਿਆ, ਮੈਨੂੰ ਮਾਫ ਕਰ ਦਿਓ, ਦੈਟਸ ਨਾਟ ਰਿਪੈਂਟ। ਰਿਪੈਂਟ ਇੱਕ ਬਹੁਤ ਜ਼ਬਰਦਸਤ ਵਰਡ ਆ, ਇੱਕ ਬਹੁਤ ਹਾਈ ਲੈਵਲ ਦਾ ਵਰਡ ਆ। ਰਿਪੈਂਟ ਇੱਕ ਇੱਦਾਂ ਦਾ ਵਰਡ ਆ, ਇੱਕ ਇੱਦਾਂ ਦਾ ਤੁਹਾਡਾ ਡਿਸੀਜ਼ਨ ਆ ਜਿਹੜਾ ਤੁਹਾਨੂੰ ਨਰਕ ਦੀ ਅੱਗ ਦੇ ਵਿੱਚੋਂ ਕੱਢ ਕੇ ਸਵਰਗ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਆ। ਉਹਨੂੰ ਆਪਾਂ ਰਿਪੈਂਟੈਂਸ ਕਹਿੰਦੇ। ਰਿਪੈਂਟ ਬਹੁਤ, ਮਤਲਬ ਮੈਂ ਤੁਹਾਨੂੰ ਕਿੱਦਾਂ ਦੱਸਾਂ ਕਿ ਇੱਕ ਜ਼ਬਰਦਸਤ ਟਰਾਂਸਫੋਰਮੇਸ਼ਨ, ਇੱਕ ਕਹਿ ਲਓ ਕਿ ਇੱਕ ਜਹਾਜ਼ ਆ, ਇਹਦੇ ਲੜਾਈ ਲੱਗੀ ਹੋਈ, ਲੋਕ ਮਰੀ ਜਾਂਦੇ ਆ, ਪਰ ਉਹ ਇੱਕ ਇੱਦਾਂ ਦਾ ਜਹਾਜ਼ ਆ, ਜਦੋਂ ਤੁਸੀਂ ਉਹਦੇ ਵਿੱਚ ਬੈਠਦੇ ਆ, ਤੁਸੀਂ ਸਾਰੀ ਜਿਹੜੀ ਲੜਾਈ ਝਗੜਾ ਮਾਰ ਕਾਟ ਵੱਢ ਉਹਦੇ ਵਿੱਚੋਂ ਨਿਕਲ ਕੇ ਸ਼ਾਂਤੀ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ। ਉਹ ਰਿਪੈਂਟ ਆ, ਤੌਬਾ। ਤੌਬਾ ਹੁਣ ਕਰਨੀ ਕਿੱਦਾਂ ਆ? ਪਹਿਲੀ ਗੱਲ ਤਾਂ ਕਿ ਅਗਰ ਤੁਸੀਂ ਕ੍ਰਿਸਚਨ ਨਹੀਂ ਆ, ਤੁਹਾਨੂੰ ਪਰਮੇਸ਼ਵਰ ਬਾਰੇ ਨਹੀਂ ਪਤਾ, ਬਾਈਬਲ ਦੇ ਵਿੱਚ ਲਿਖਿਆ ਕਿ ਅਗਰ ਤੁਸੀਂ ਆਪਣੇ ਮਨ ਦੇ ਵਿੱਚ ਵਿਸ਼ਵਾਸ ਕਰਦੇ ਹੋ ਕਿ ਪ੍ਰਭੂ ਯਿਸੂ ਪਰਮੇਸ਼ਵਰ ਦਾ ਇੱਕ ਲੌਤਾ ਪੁੱਤਰ ਆ, ਤੇ ਆਪਣੇ ਮੂੰਹ ਤੋਂ ਇਕਰਾਰ ਕਰਦੇ ਹੋ, ਤੇ ਇਹ ਇਕਰਾਰ ਕਰਦੇ ਹੋ ਕਿ ਮੇਰੇ ਪਾਪਾਂ ਦੇ ਲਈ ਪ੍ਰਭੂ ਯਿਸੂ ਨੇ ਕਰੂਸ ਦੇ ਉੱਤੇ ਜਾਨ ਦਿੱਤੀ, ਤੇ ਤੁਹਾਡੇ ਜਿਹੜੇ ਪਾਪ ਆ ਉਹ ਮਾਫ ਕਰ ਦਿੱਤੇ ਜਾਂਦੇ ਆ, ਤੇ ਤੁਸੀਂ ਸਵਰਗ ਦੇ ਅਧਿਕਾਰੀ ਹੋ ਜਾਂਦੇ ਹੋ। ਇਹ ਪਹਿਲੀ ਕੰਡੀਸ਼ਨ ਆ। ਸਭ ਤੋਂ ਪਹਿਲਾਂ ਤੁਹਾਨੂੰ ਆਹ ਕਰਨਾ ਪਏਗਾ ਕਿ ਪਰਮੇਸ਼ਵਰ ਦੇ ਵਿੱਚ ਵਿਸ਼ਵਾਸ ਕਰਕੇ, ਆਪਣੇ ਮੂੰਹ ਤੋਂ ਆਪਣੇ ਪਾਪਾਂ ਦਾ ਇਕਰਾਰ ਕਰਕੇ, ਤੇ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਕੇ ਉਹਦੀ ਕ੍ਰੋਸ ਦੇ ਉੱਤੇ ਜਿਹੜੀ ਦਿੱਤੀ ਗਈ ਕੁਰਬਾਨੀ ਆ ਉਹ ਐਕਸੈਪਟ ਕਰਨਾ ਕਿ ਮੇਰੇ ਲਈ ਪ੍ਰਭੂ ਨੇ ਖੂਨ ਬਹਾ ਦਿੱਤਾ, ਮੇਰੇ ਪਾਪਾਂ ਦੀ ਮਾਫੀ, ਪਾਪਾਂ ਦੀ ਸਜ਼ਾ ਮੈਨੂੰ ਮਿਲਣੀ ਸੀ, ਉਹ ਪ੍ਰਭੂ ਯਿਸੂ ਨੇ ਕ੍ਰੋਸ ਦੇ ਉੱਤੇ ਉਹ ਸਜ਼ਾ ਮੇਰੀ ਲੈ ਲਈ, ਤੇ ਮੈਂ ਹੁਣ ਪਾਪਾਂ ਤੋਂ ਫ੍ਰੀ ਆ। ਪਹਿਲੀ ਕੰਡੀਸ਼ਨ ਆ ਤੁਹਾਡੇ ਸਾਰੇ ਪਾਪ ਉਸੇ ਵੇਲੇ ਮਾਫ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਚੋਂ ਤੁਹਾਨੂੰ ਕੀ ਕਰਨਾ ਪਊਗਾ? ਬਪਤਿਸਮਾ ਲੈਣਾ ਪਊਗਾ ਉਸ ਚੀਜ਼ ਨੂੰ ਸੀਲ ਕਰਨ ਲਈ। ਬਪਤਿਸਮਾ ਕੀ ਆ? ਮੈਂ ਜਦੋਂ ਬਪਤਿਸਮੇ ਨੂੰ ਦੇਖਦਾ, ਕਈ ਉਹ ਛਿੱਟੇ ਵਾਲਾ ਬਪਤਿਸਮਾ ਦਿੰਦੇ, ਉਹ ਸਹੀ ਨਹੀਂ ਹੈ। ਬਪਤਿਸਮਾ ਮੈਂ ਦੇਖਦਾ ਜਿਹੜਾ ਪਾਣੀ ਆ, ਉਹ ਪਾਣੀ ਨੂੰ ਮੈਂ ਦੇਖਦਾ ਕਿ ਜਿੱਦਾਂ ਪ੍ਰਭੂ ਯਿਸੂ ਦੀ ਉਹ ਬੋਡੀ ਆ। ਜਿਹੜਾ ਪਾਣੀ ਆ, ਮੰਨ ਲਓ ਕਿ ਇੱਕ ਸਵਿਮਿੰਗ ਪੂਲ ਦੇ ਵਿੱਚ ਪਾਣੀ ਆ, ਮੈਂ ਉਹਨੂੰ ਇਸ ਤਰੀਕੇ ਨਾਲ ਦੇਖਦਾ ਕਿ ਉਹ ਪ੍ਰਭੂ ਦੀ ਬੋਡੀ ਆ। ਜਦੋਂ ਤੁਸੀਂ ਉਸ ਪਾਣੀ ਦੇ ਵਿੱਚ ਅੰਦਰ ਜਾਂਦੇ ਹੋ, ਇਹਦਾ ਮਤਲਬ ਕਿ ਤੁਸੀਂ ਪ੍ਰਭੂ ਯਿਸੂ ਦੀ ਬੋਡੀ ਦੇ ਵਿੱਚ ਚਲੇ ਜਾਂਦੇ ਹੋ। ਪ੍ਰਭੂ ਯਿਸੂ ਤੁਹਾਡੇ ਵਿੱਚ, ਤੁਸੀਂ ਪ੍ਰਭੂ ਦੇ ਵਿੱਚ। ਬਾਈਬਲ 'ਚ ਇਹ ਲਿਖਿਆ ਨਾ, ਜਿਹੜੇ ਮੇਰੇ ਤੇ ਵਿਸ਼ਵਾਸ ਕਰਨ ਵਾਲੇ, ਮੈਂ ਉਹਨਾਂ ਦੇ ਵਿੱਚ ਤੇ ਉਹ ਮੇਰੇ ਵਿੱਚ ਉਹ ਹੋਣਗੇ। ਇੱਦਾਂ ਹੀ ਆ, ਮੇਰਾ ਪਵਿੱਤਰ ਆਤਮਾ ਉਹਨਾਂ ਦੇ ਵਿੱਚ ਹਮੇਸ਼ਾ ਦੇ ਲਈ ਰਹੇਗਾ। ਉਹ ਪਰਮੇਸ਼ਵਰ ਦੀ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਪਰਮੇਸ਼ਵਰ ਦੀ ਬੋਡੀ ਦੇ ਵਿੱਚ ਐਂਟਰ ਹੋ ਕੇ ਨਿਕਲਦੇ ਹੋ। ਤਾਂ ਬਾਈਬਲ ਦੇ ਵਿੱਚ ਲਿਖਿਆ ਤੁਹਾਡਾ ਨਵਾਂ ਜਨਮ ਹੁੰਦਾ। ਜਿੱਦਾਂ ਇੱਕ ਬੱਚਾ ਆਪਣੀ ਮਾਂ ਦੀ ਬੋਡੀ ਦੇ ਵਿੱਚੋਂ ਨਿਕਲਦਾ ਆ, ਉਸੇ ਤਰ੍ਹਾਂ ਜਦੋਂ ਤੁਸੀਂ ਬਪਤਿਸਮਾ ਲੈ ਕੇ ਨਿਕਲਦੇ ਹੋ, ਤੁਸੀਂ ਪ੍ਰਭੂ ਯਿਸੂ ਦੀ ਬੋਡੀ ਦੇ ਵਿੱਚੋਂ ਬਾਹਰ ਨਿਕਲਦੇ ਹੋ। ਐਸੇ ਲਈ ਬਾਈਬਲ ਦੇ ਵਿੱਚ ਲਿਖਿਆ ਕਿ ਜਿੰਨੀ ਦੇਰ ਤੁਸੀਂ ਦੁਬਾਰਾ ਨਹੀਂ ਜੰਮਦੇ, ਤੁਸੀਂ ਪਰਮੇਸ਼ਵਰ ਦਾ ਰਾਜ ਨਹੀਂ ਦੇਖ ਸਕਦੇ। ਇਹ ਨਵਾਂ ਜਨਮ ਆ ਪਰਮੇਸ਼ਵਰ ਦੀ। ਪਹਿਲਾਂ ਤੁਸੀਂ ਆਪਣੀ ਮਾਂ ਦੀ ਬੋਡੀ ਦੇ ਵਿੱਚੋਂ ਨਿਕਲੇ ਸੀਗੇ, ਉਸ ਤੋਂ ਬਾਅਦ 'ਚ ਤੁਸੀਂ ਕੀ ਆ? ਪਰਮੇਸ਼ਵਰ ਦੀ ਬੋਡੀ ਦੇ ਵਿੱਚੋਂ ਨਿਕਲੇ ਹੋ। ਤੁਸੀਂ ਪਰਮੇਸ਼ਵਰ ਤੋਂ ਜਨਮੇ ਹੋ। ਤਾਂ ਹੀ ਪਰਮੇਸ਼ਵਰ ਨੇ ਕਿਹਾ
कि ਜਿਹੜੇ ਮੇਰੇ ਤੇ ਬਿਲੀਵ ਕਰਨ ਵਾਲੇ ਉਹਨਾਂ ਨੂੰ ਮੈਂ ਕੀ ਆ ਆਪਣੇ ਬੇਟੇ ਤੇ ਬੇਟੀਆਂ ਹੋਣ ਦਾ ਹੱਕ ਦਿੱਤਾ। ਤਾਂ ਕਰਕੇ ਮੈਂ ਜਦੋਂ ਪਾਣੀ ਨੂੰ ਦੇਖਦਾ ਤਾਂ ਮੈਨੂੰ ਇੱਦਾਂ ਲੱਗਦਾ ਕਿ ਉਹ ਪਰਮੇਸ਼ਵਰ ਦੀ ਬੋਡੀ ਆ। ਹਾਲੇਲੂਇਆ, ਨਵਾਂ ਰੈਵਲੇਸ਼ਨ। ਹਾਲੇਲੂਇਆ। ਜਦੋਂ ਤੁਸੀਂ ਬਪਤਿਸਮਾ ਲੈ ਲੈਂਦੇ ਹੋ, ਤੁਸੀਂ ਤੌਬਾ ਕਰ ਲੈਂਦੇ ਹੋ, ਤੁਹਾਨੂੰ ਪਾਪ ਕਰਨ ਦਾ ਅਧਿਕਾਰ ਨਹੀਂ ਹੈ। ਫਿਰ ਵੀ ਅਗਰ ਤੁਹਾਡਾ ਤੁਸੀਂ ਬਪਤਿਸਮਾ ਲੈ ਕੇ ਵੀ ਤੁਸੀਂ ਤੌਬਾ ਕਰਕੇ ਵੀ ਸ਼ਾਇਦ ਤੁਸੀਂ ਪਾਪ ਕੀਤਾ। ਪਾਪ ਕੀ ਆ? ਇੱਕ ਗਾਲ ਕੱਢਣਾ ਵੀ ਪਾਪ ਆ, ਚੁਗਲੀ ਕਰਨਾ ਵੀ ਪਾਪ ਆ। ਅਵਿਸ਼ਵਾਸੀ, ਤੁਸੀਂ ਵਿਸ਼ਵਾਸੀ ਹੋ ਕੇ ਵੀ ਅਵਿਸ਼ਵਾਸ, ਪਰਮੇਸ਼ਵਰ ਨੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਹੋ ਸਕਦਾ ਤੁਸੀਂ ਉੱਤੇ ਵਿਸ਼ਵਾਸ ਨਾ ਕਰੋ, ਉਹ ਵੀ ਇੱਕ ਪਾਪ ਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕਈ ਵਾਰੀ ਵਿਸ਼ਵਾਸੀ ਕੀ ਕਰਦੇ ਆ ਜਿਹੜਾ ਕਿ ਤੁਹਾਡੇ ਲਈ ਬਹੁਤ ਡੇਂਜਰਸ ਆ। ਮੰਨ ਲਓ ਤੁਸੀਂ ਵਿਸ਼ਵਾਸੀ ਆ, ਤੁਸੀਂ ਬਪਤਿਸਮਾ ਵੀ ਲਿਆ, ਤੁਹਾਡੇ ਕੋਲ ਪਾਪ ਹੋ ਗਿਆ। ਸਾਡੀ ਦੁਆ ਕੀ ਹੁੰਦੀ ਆ? ਪਰਮੇਸ਼ਵਰ ਤੁਸੀਂ ਜਾਣਦੇ ਹੋ ਕਿ ਮੈਂ ਕਮਜ਼ੋਰ ਆ, ਪਰਮੇਸ਼ਵਰ ਤੁਸੀਂ ਦਇਆ ਕਰਨ ਵਾਲੇ ਹੋ, ਪਰਮੇਸ਼ਵਰ ਮੇਰੇ ਤੇ ਦਇਆ ਕਰੋ, ਮੇਰੇ ਤੋਂ ਪਾਪ ਹੋ ਗਿਆ। ਪਰਮੇਸ਼ਵਰ ਮੈਂ ਕਮਜ਼ੋਰ, ਪਰਮੇਸ਼ਵਰ ਮੈਂ ਪਾਪੀ। ਤੇ ਜਦੋਂ ਤੁਸੀਂ ਆਹ ਪ੍ਰਾਰਥਨਾ ਕਰਦੇ ਹੋ ਤਾਂ ਪਤਾ ਕੀ ਹੁੰਦਾ? ਸ਼ੈਤਾਨ ਤੁਹਾਡੇ ਤੇ ਹੱਸਦਾ ਆ। ਸ਼ੈਤਾਨ ਕੀ ਕਰਦਾ? ਹੱਸਦਾ ਆ ਤੁਹਾਡੇ ਉੱਤੇ। ਕਿਉਂ? ਤੁਸੀਂ ਆਪਣੇ ਮੂੰਹੋਂ ਡਿਕਲੇਅਰ ਕਰ ਦਿੱਤਾ ਕਿ ਮੈਂ ਇੱਕ ਕਮਜ਼ੋਰ ਇਨਸਾਨ ਆ, ਪਰਮੇਸ਼ਵਰ ਤੁਹਾਡੇ ਲਈ ਕੁਝ ਨਹੀਂ ਕਰ ਸਕਦੇ। ਜਦੋਂ ਤੁਸੀਂ ਆਪਣੇ ਮੂੰਹੋਂ ਕਹਿ ਦਿੱਤਾ ਪਰਮੇਸ਼ਵਰ ਮੈਂ ਪਾਪੀ। ਅੱਜ ਕੱਲ੍ਹ ਤਾਂ ਕਈ ਟ੍ਰੈਂਡ ਬਣਿਆ ਹੋਇਆ, ਜਦੋਂ ਬਹੁਤ ਸਾਰੇ ਲੋਕ ਪ੍ਰੇਅਰ ਸਟਾਰਟ ਕਰਦੇ, ਪ੍ਰੇਅਰ ਦੇ ਵਿੱਚ ਕੀ ਕਹਿੰਦੇ? ਪਰਮੇਸ਼ਵਰ ਮੈਂ ਪਾਪੀ। ਤੁਸੀਂ ਆਪਣੇ ਮੂੰਹ ਤੋਂ ਡਿਕਲੇਅਰ ਕਰਤਾ ਤੁਸੀਂ ਕੀ ਆ? ਪਾਪੀ ਆ। ਤੁਸੀਂ ਜਿੰਨਾ ਮਰਜ਼ੀ ਧਾਰਮਿਕ ਜੀਵਨ ਹੋਵੇ, ਜੋ ਤੁਸੀਂ ਮੂੰਹ ਤੋਂ ਡਿਕਲੇਅਰ ਕਰਤਾ ਕਿ ਮੈਂ ਪਾਪੀ ਆ, ਤੁਸੀਂ ਕੀ ਹੋ ਗਏ? ਪਾਪੀ ਹੋ ਗਏ ਆ। ਤੁਹਾਡੀ ਡੈਕਲੇਰੇਸ਼ਨ, ਪ੍ਰਭੂ ਨੇ ਕਿਹਾ ਕਿ ਤੂੰ ਮੂੰਹ ਚੋਂ ਵਚਨ ਕੱਢ ਤੇ ਮੈਂ ਪੂਰਾ ਕਰੂੰਗਾ, ਏਦਾਂ ਪਰਮੇਸ਼ਵਰ ਨੇ ਕਿਹਾ। ਤੇ ਜਦੋਂ ਅਸੀਂ ਮੂੰਹ ਤੋਂ ਵਚਨ ਕੱਢਦੇ ਨੇ, ਪਰਮੇਸ਼ਵਰ ਮੈਂ ਪਾਪੀ, ਪਰਮੇਸ਼ਵਰ ਮੈਂ ਕਮਜ਼ੋਰ, ਪਰਮੇਸ਼ਵਰ ਮੇਰੇ ਤੋਂ ਗਲਤੀ ਹੋ ਜਾਂਦੀ ਆ, ਪਰਮੇਸ਼ਵਰ ਮੇਰੇ ਕੋਲ ਪਾਪ ਹੋ ਜਾਂਦੇ ਆ, ਤਾਂ ਪਰਮੇਸ਼ਵਰ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਆਪਣੇ ਮੂੰਹ ਦੇ ਵਚਨ ਚੇਂਜ ਕਰੋ, ਬਦਲੋ। ਕਈ ਵਾਰੀ ਤੁਸੀਂ ਕਹਿੰਦੇ ਕਿ ਮੈਂ ਬਹੁਤ ਟਰਾਈ ਕਰਦਾ, ਪਾਪ ਛੱਡਣ ਦੀ ਟਰਾਈ ਕਰਦਾ, ਮੇਰੇ ਕੋਲ ਪਾਪ ਛੱਡ ਨਹੀਂ ਹੁੰਦਾ। ਤੁਹਾਡੇ ਮੂੰਹ ਦਾ ਡੈਕਲੇਰੇਸ਼ਨ ਗਲਤ ਆ। ਪਰਮੇਸ਼ਵਰ ਨੇ ਕੀ ਕਿਹਾ? ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਨਿਰਬਲ ਆ ਉਹ ਕੀ ਕਵੇ? ਮੈਂ ਬਲਵਾਨ ਆ, ਏਦਾਂ ਹੀ ਕਿਹਾ। ਤਾਂ ਅਸੀਂ ਪ੍ਰੇਅਰ ਕੀ ਕਰ ਰਹੇ ਆ? ਪਰਮੇਸ਼ਵਰ ਮੈਂ ਕਮਜ਼ੋਰ ਇਨਸਾਨ ਆ, ਪਰਮੇਸ਼ਵਰ ਮੈਂ ਇਨਸਾਨ ਆ, ਮੈਂ ਕਮਜ਼ੋਰ ਆ, ਮੇਰੇ ਤੋਂ ਪਾਪ ਹੋ ਜਾਂਦਾ। ਤੁਸੀਂ ਪਾਪ ਨਹੀਂ ਛੱਡ ਪਾਓਗੇ। ਤੁਹਾਡਾ ਡੈਕਲੇਰੇਸ਼ਨ ਕੀ ਹੋਣਾ ਚਾਹੀਦਾ? ਤੁਹਾਡਾ ਪਾਪ ਕਰਨ ਨੂੰ ਦਿਲ ਕਰਦਾ, ਤੁਸੀਂ ਕੀ ਕਹੋਗੇ? ਮੈਂ ਜੀਵਤੇ ਪਰਮੇਸ਼ਵਰ ਦਾ ਪੁੱਤਰ ਆ, ਮੈਂ ਧਰਮੀ ਆ, ਪਰ ਮੈਂ ਪਰਮੇਸ਼ਵਰ ਦੀ ਰਾਈਚਸਨੈਸ ਆ, ਮੈਂ ਪਰਮੇਸ਼ਵਰ ਦੀ ਧਾਰਮਿਕਤਾ ਆ। ਤੁਹਾਡਾ ਡੈਕਲੇਰੇਸ਼ਨ ਇਹ ਹੋਣਾ ਚਾਹੀਦਾ ਆ, ਮੈਂ ਪਾਪੀ ਨਹੀਂ ਆ। ਤੁਹਾਡਾ ਪਾਪ ਕਰਨ ਨੂੰ ਮਨ ਕਰਦਾ, ਤੁਸੀਂ ਕੀ ਕਹੋਗੇ? ਥਰੂ ਇਨ ਦ ਨੇਮ ਆਫ ਜੀਸਸ, ਥਰੂ ਦ ਪਾਵਰ ਆਫ ਦ ਹੋਲੀ ਸਪਿਰਿਟ, ਮੈਂ ਇਹ ਪਾਪ ਨਹੀਂ ਕਰੂੰਗਾ। ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਤੇ ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਮੈਂ ਇਹ ਪਾਪ ਛੱਡ ਦਿੰਦਾ ਆ, ਤਾਂ ਅੱਜ ਤੋਂ ਬਾਅਦ ਚੋਂ ਮੈਂ ਪਾਪ ਨਹੀਂ ਕਰੂੰਗਾ। ਤਾਂ ਫਿਰ ਦੇਖਿਓ ਤੁਹਾਡੇ ਕੋਲ ਪਾਪ ਛੱਡ ਹੁੰਦਾ ਕਿ ਨਹੀਂ ਹੁੰਦਾ। ਤੁਹਾਡੇ ਮੂੰਹ ਦੀ ਡੈਕਲੇਰੇਸ਼ਨ। ਅੱਜ ਤੋਂ ਬਾਅਦ ਚੋਂ ਕਦੀ ਵੀ ਪ੍ਰਾਰਥਨਾ ਕਰਦੇ ਇਹ ਨਾ ਕਹੋ ਪਰਮੇਸ਼ਵਰ ਮੈਂ ਪਾਪੀ। ਤੁਸੀਂ ਪਾਪੀ ਸੀ ਜਦੋਂ ਪਰਮੇਸ਼ਵਰ ਨੇ ਕਰੂਸ ਦੇ ਉੱਤੇ ਤੁਹਾਡੇ ਲਈ ਜਾਨ ਦੇ ਦਿੱਤੀ, ਤੁਸੀਂ ਬਪਤਿਸਮਾ ਲੈ ਲਿਆ, ਤੌਬਾ ਕਰ ਲਈ, ਤੁਸੀਂ ਪਾਪੀ ਨਹੀਂ ਹੋ। ਕਿਉਂਕਿ ਜਦੋਂ ਤੁਸੀਂ ਡਿਕਲੇਅਰ ਕਰਦੇ ਹੋ ਕਿ ਮੈਂ ਪਾਪੀ ਆ, ਤੇ ਤੁਸੀਂ ਜਿਹੜੀ ਪਰਮੇਸ਼ਵਰ ਦੀ ਫੁੱਲਨੈਸ ਆ, ਅਥਾਰਟੀ ਆ, ਪਾਵਰ ਆ, ਉਹਦੇ ਵਿੱਚ ਨਹੀਂ ਚੱਲ ਸਕਦੇ। ਪਰ ਜੋ ਤੁਸੀਂ ਡਿਕਲੇਅਰ ਕਰਦੇ ਆਈ ਐਮ ਦ ਰਾਈਚਸਨੈਸ ਆਫ ਗੋਡ, ਮੈਂ ਪਰਮੇਸ਼ਵਰ ਦੀ ਧਾਰਮਿਕਤਾ ਆ, ਤੇ ਸ਼ੈਤਾਨ ਨੂੰ ਪਤਾ ਲੱਗ ਜਾਂਦਾ ਕਿ ਇਹ ਪਰਮੇਸ਼ਵਰ ਦਾ ਮੈਚਿਓਰ ਸਨ ਆ, ਇਹਨੂੰ ਮੈਂ ਭਰਮਾ ਨਹੀਂ ਪਾਊਂਗਾ। ਪਰਮੇਸ਼ਵਰ ਤੁਹਾਡੇ ਕੋਲੋਂ ਸ਼ੈਤਾਨ ਤੁਹਾਡੇ ਕੋਲੋਂ ਪਾਪ ਨਹੀਂ ਕਰਵਾ ਪਾਊਗਾ। ਕਿਉਂ? ਕਿਉਂਕਿ ਤੁਸੀਂ ਮੂੰਹ ਚੋਂ ਡਿਕਲੇਅਰ ਕਰ ਦਿੱਤਾ। ਜਦੋਂ ਤੁਸੀਂ ਡਿਕਲੇਅਰ ਕਰੋਗੇ ਕਿ ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਮੈਂ ਪਾਪ ਛੱਡ ਦਿੰਦਾ ਆ, ਤੇ ਸ਼ੈਤਾਨ ਤੁਹਾਡੇ ਕੋਲੋਂ ਪਾਪ ਨਹੀਂ ਕਰਾ ਪਾਊਗਾ। ਹਾਲੇਲੂਇਆ। ਹੁਣ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਦਾ ਕਿ ਮੈਂ ਪਾਪ ਕਿੱਦਾਂ ਛੱਡਿਆ।
ਇੱਕ ਮੈਂ ਤੁਹਾਡੇ ਕੋਲ ਕੁਐਸਚਨ ਪੁੱਛਦਾ ਕਿ ਜਦੋਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਪ੍ਰਭੂ ਯਿਸੂ ਨੂੰ ਜਿਹੜੇ ਰੋਮਨ ਸੋਲਜਰਸ ਆ ਉਹ ਕੁੱਟ ਰਹੇ ਆ, ਛਾਂਟਿਆਂ ਦੇ ਨਾਲ ਕੁੱਟ ਰਿਹਾ, ਕੋਈ ਮੂੰਹ ਤੇ ਥੁੱਕ ਰਿਹਾ ਆ, ਕੋਈ ਮਾਰ ਰਿਹਾ ਤੇ ਕਰੂਸ ਤੇ ਚੜਾ ਦਿੰਦੇ। ਮੈਂ ਤੁਹਾਨੂੰ ਪੁੱਛਦਾ ਆ ਕਿ ਅਗਰ ਤੁਹਾਡੇ ਸਾਹਮਣੇ ਉਹ ਸਾਰਾ ਕੁਝ ਹੋ ਰਿਹਾ ਆ, ਤੁਸੀਂ ਕੀ ਕਰਦੇ? ਤੁਹਾਨੂੰ ਜਿਹੜੇ ਰੋਮਨ ਸੋਲਜਰਸ ਪ੍ਰਭੂ ਯਿਸੂ ਨੂੰ ਕੁੱਟ ਰਹੇ ਆ, ਮਾਰ ਰਹੇ ਆ, ਕੀ ਤੁਹਾਨੂੰ ਉਹਨਾਂ ਤੇ ਗੁੱਸਾ ਆਉਂਦਾ ਗੁੱਸਾ? ਜੇ ਮੈਂ ਉੱਥੇ ਹੁੰਦਾ ਮੈਨੂੰ ਤਾਂ ਬਹੁਤ ਗੁੱਸਾ ਆਉਂਦਾ। ਸ਼ਾਇਦ ਮੈਂ ਜਿੰਨੀ ਕੁ ਜੋਗਾ ਹੈਗਾ ਮੈਂ ਫੜ ਕੇ 1-2 ਲੰਮੇ ਵੀ ਪਾ ਲੈਂਦਾ, ਹੈ ਨਾ, ਬਾਅਦ ਚੋਂ ਮੈਨੂੰ ਜੋ ਮਰਜ਼ੀ ਕਰ ਲੈਂਦੇ। ਮਤਲਬ ਮੈਨੂੰ ਬਹੁਤ ਗੁੱਸਾ ਆਉਂਦਾ ਉਹਨਾਂ ਤੇ, ਟੂ ਮੱਚ। ਮੈਂ ਮਤਲਬ ਕਿ ਓਬਵੀਅਸਲੀ ਮੇਰੇ ਪ੍ਰਭੂ ਆ, ਈਵਨ ਪ੍ਰਭੂ ਯਿਸੂ ਤੇ ਉਹ ਤਾਂ ਪਰਮੇਸ਼ਵਰ ਆ ਨਾ। ਮੈਨੂੰ ਪਤਾ ਮੇਰਾ ਪਰਮੇਸ਼ਵਰ ਦੇ ਨਾਲ, ਮੇਰੇ ਪ੍ਰਭੂ ਦੇ ਨਾਲ ਮੇਰਾ ਕੀ ਨਾਤਾ ਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਅਗਰ ਮੇਰੇ ਕੋਈ ਸਪਿਰਿਚੁਅਲ ਫਾਦਰ ਦੇ ਬਾਰੇ ਵੀ ਕੋਈ ਕੁਛ ਕਹਿ ਦਿੰਦਾ ਨਾ, ਤਾਂ ਮੈਂ ਆਪਣੀਆਂ ਰਿਸ਼ਤੇਦਾਰੀਆਂ ਛੱਡ ਦਿੱਤੀਆਂ। ਅਗਰ ਮੇਰੇ ਮੈਂਟਰ ਦੇ ਬਾਰੇ ਕੋਈ ਗੱਲ ਕਹਿ ਦਿੰਦਾ, ਗਲਤ ਕਹਿ ਦਿੰਦਾ, ਤਾਂ ਮੈਂ ਉਹ ਬੰਦੇ ਨੂੰ ਛੱਡ ਕੇ ਮੈਂ ਦੁਬਾਰਾ ਮੂੰਹ ਨਹੀਂ ਲਾਉਂਦਾ ਕਦੀ। ਸ਼ਾਇਦ ਮੈਂ ਲੜਨ ਤੱਕ ਵੀ ਜਾਂਦਾ, ਹੈ ਨਾ, ਪਰ ਪਰਮੇਸ਼ਵਰ ਦੀ ਪੀਸ ਮੇਰੇ ਅੰਦਰ ਆ, ਮੈਂ ਨਹੀਂ ਲੜਦਾ। ਪਰ ਅਗਰ ਮੇਰੇ ਸਾਹਮਣੇ ਪ੍ਰਭੂ ਯਿਸੂ ਦੇ ਨਾਲ ਆਹ ਸਾਰਾ ਕੁਛ ਹੁੰਦਾ ਤੇ ਮੈਂ ਜੋ ਵੀ ਮੇਰੇ ਕੋਲ ਹੁੰਦਾ ਮੈਂ ਉਹ ਲੋਕਾਂ ਦੇ ਨਾਲ ਕਰਦਾ ਜਿਹੜੇ ਪ੍ਰਭੂ ਦੇ ਨਾਲ ਮਾਰ ਕੁੱਟ ਕਰ ਰਹੇ ਸੀਗੇ, ਪ੍ਰਭੂ ਨੂੰ ਸੂਲੀ ਤੇ ਚੜਾ ਰਹੇ ਸੀਗੇ। ਪਰ ਜੇ ਤੁਸੀਂ ਡੀਪਲੀ ਸੋਚੋ, ਡੀਪਲੀ ਇੱਕ ਵਾਰੀ ਅੱਖਾਂ ਬੰਦ ਕਰਕੇ ਸੋਚੋ ਕਿ ਵਾਕਈ ਉਹ ਰੋਮਨ ਸੋਲਜਰ ਸੀ ਜਿਹੜੇ ਉਹਨੂੰ ਮਾਰ ਰਹੇ ਸੀਗੇ, ਪ੍ਰਭੂ ਨੂੰ, ਕਿ ਜਿਨ੍ਹਾਂ ਨੇ ਉਹ ਕਰੂਸ ਤੇ ਉਹਨੂੰ ਚੜਾਇਆ ਸੀਗਾ ਉਹ ਰੋਮਨ ਸੋਲਜਰ ਸੀਗੇ? ਮੈਂ ਤੁਹਾਨੂੰ ਕਹਿੰਦਾ ਉਹ ਰੋਮਨ ਸੋਲਜਰ ਨਹੀਂ ਸੀਗੇ। ਰੋਮਨ ਸੋਲਜਰਸ ਦੀ ਔਕਾਤ ਨਹੀਂ ਸੀ ਕਿ ਪਰਮੇਸ਼ਰ ਨੂੰ ਉਹ ਟੱਚ ਵੀ ਕਰ ਲੈਂਦੇ। ਉਹ ਤੁਸੀਂ ਤੇ ਮੈਂ ਸੀਗੇ। ਸਾਡੇ ਪਾਪਾਂ ਦੇ ਦੁਆਰਾ ਜਿਹੜੇ ਅਸੀਂ ਪਾਪ ਕੀਤੇ, ਉਹ ਸੀਗੇ ਜਿਹੜੇ ਪਰਮੇਸ਼ਵਰ ਦੇ ਕੁੱਟ ਉਸ ਵੇਲੇ ਪਵਾ ਰਹੇ ਸੀਗੇ। ਉਹ ਤੁਹਾਡੇ ਤੇ ਮੇਰੇ ਪਾਪ ਆ ਜਿਹਦਾ ਕਰਕੇ ਪ੍ਰਭੂ ਨੂੰ ਸੂਲੀ ਤੇ ਚੜਾਇਆ ਗਿਆ। ਉਹ ਰੋਮਨ ਸੋਲਜਰਸ ਨਹੀਂ ਸੀਗੇ, ਉਹ ਤੁਸੀਂ ਤੇ ਮੈਂ ਸੀਗੇ। ਉਹ ਮੇਰੇ ਤੇ ਤੁਹਾਡੇ ਪਾਪ ਸੀਗੇ। ਤੇ ਮੈਂ ਇਹ ਵੀ ਕਹਿੰਦਾ ਕਿ ਉਹ ਤੁਸੀਂ ਤੇ ਮੈਂ ਸੀਗੇ ਜਿਹੜੇ ਪਰਮੇਸ਼ਵਰ ਨੂੰ ਮਾਰ ਰਹੇ ਸੀ ਉਸ ਟਾਈਮ ਤੇ, ਕਿਉਂਕਿ ਸਾਡੀ ਗਲਤੀ ਸੀਗੀ। ਮੈਂ ਉਹਨਾਂ ਦੀ ਗਲਤੀ ਨਹੀਂ ਕਰਦਾ, ਰੋਮਨ ਸੋਲਜਰਸ ਦੀ। ਉਹਨਾਂ ਨੂੰ ਜਿਹੜਾ ਉੱਪਰੋਂ ਹੁਕਮ ਹੋਇਆ ਉਹਨਾਂ ਨੇ ਉਹ ਹੁਕਮ ਵਜਾ ਦਿੱਤਾ, ਪਰ ਉਹ ਤੁਸੀਂ ਤੇ ਮੈਂ ਸੀਗੇ। ਤੇ ਜਦੋਂ ਕਦੀ ਪਾਪ ਕਰਨ ਬਾਰੇ ਮੈਂ ਸੋਚਦਾ ਸੀਗਾ, ਅੱਜ ਤੋਂ ਕੁਝ ਸਾਲ ਪਹਿਲਾਂ, ਤਾਂ ਮੈਂ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਇੱਕ ਹੋਰ ਗੱਲ ਸੋਚਦਾ ਸੀਗਾ ਕਿ ਅਗਰ ਮੈਂ ਇਹ ਪਾਪ ਕਰੂੰਗਾ, ਤਾਂ ਮੈਂ ਹਮੇਸ਼ਾ ਆਪਣੇ ਮਾਈਂਡ ਦੇ ਵਿੱਚ ਇਹ ਗੱਲ ਬਣਾਈ ਸੀ ਕਿ ਪ੍ਰਭੂ ਨੇ ਇੱਕ ਵਾਰੀ ਜਾਨ ਦੇ ਦਿੱਤੀ ਮੇਰੇ ਲਈ, ਤਾਂ ਮੇਰੇ ਪਾਪ ਮਾਫ ਹੋ ਗਏ। ਅਗਰ ਮੈਂ ਫੇਰ ਦੁਬਾਰਾ ਆਹ ਪਾਪ ਕੀਤਾ, ਮੈਂ ਫੇਰ ਰਿਪੈਂਟ ਕਰੂੰਗਾ, ਤੇ ਪ੍ਰਭੂ ਨੂੰ ਦੁਬਾਰਾ ਕਰੂਸ ਦੇ ਉੱਤੇ ਲਹੂ ਮੇਰੇ ਲਈ ਬਹਾਉਣਾ ਪਊਗਾ। ਇੱਕ ਵਾਰੀ ਫੇਰ ਕਰੋਸ ਤੇ ਮੈਂ ਆਪਣੇ ਹੱਥਾਂ ਨਾਲ ਪ੍ਰਭੂ ਯਿਸੂ ਨੂੰ ਉਸ ਕਰੂਸ ਤੇ ਇੱਕ ਵਾਰੀ ਫੇਰ ਦੁਬਾਰਾ ਟੰਗੂੰਗਾ, ਇਹ ਪਾਪ ਕਰਕੇ। ਅਗਰ ਤੁਹਾਡੇ ਮਾਈਂਡ ਦੇ ਵਿੱਚ ਅਗਰ ਆਹ ਚੀਜ਼ ਅੱਜ ਚਲੀ ਗਈ ਕਿ ਤੁਹਾਡੇ ਆਹ ਪਾਪ ਕਰਨ ਦੇ ਦੁਆਰਾ ਤੁਸੀਂ ਆਪਣੇ ਹੱਥਾਂ ਦੇ ਨਾਲ ਪ੍ਰਭੂ ਯਿਸੂ ਨੂੰ ਦੁਬਾਰਾ ਉਸ ਸਲੀਬ ਤੇ ਟੰਗ ਰਹੇ ਆ, ਤੇ ਤੁਸੀਂ ਕਦੀ ਵੀ ਪਾਪ ਨਹੀਂ ਕਰੋਗੇ। ਹਾਲੇਲੂਇਆ। ਪਾਪ ਤੋਂ ਦੂਰ ਰਹੀਏ, ਧੋਖਾ ਨਾ ਖਾਓ। ਚਾਹੇ ਕੋਈ ਸਰਕਾਰ ਆ, ਚਾਹੇ ਤੁਹਾਡੀ ਫੈਮਿਲੀ ਆ, ਚਾਹੇ ਤੁਹਾਡੀ ਚਰਚ ਆ, ਚਾਹੇ ਤੁਹਾਡਾ ਪਾਸਟਰ ਆ, ਈਵਨ ਮੈਂ ਵੀ ਆ। ਅਗਰ ਤੁਹਾਨੂੰ ਕੋਈ ਵੀ ਸਿਨ ਨੂੰ ਲੀਗਲਾਈਜ਼ ਕਰਕੇ ਕਹਿੰਦਾ ਤੁਸੀਂ ਕਰ ਲਓ, ਧੋਖਾ ਨਾ ਖਾਓ। ਹਾਲੇਲੂਇਆ। ਅੱਜ ਅਸੀਂ ਪ੍ਰਭੂ ਭੋਜ ਦੇ ਵਿੱਚ ਅੱਜ ਆਪਾਂ ਸ਼ਾਮਲ ਹੋਵਾਂਗੇ, ਪਰ ਅੱਜ ਆਪਾਂ ਉਸ ਤਰੀਕੇ ਦੇ ਨਾਲ ਨਹੀਂ ਸ਼ਾਮਲ ਹੋਵਾਂਗੇ ਜਿੱਦਾਂ ਆਪਾਂ ਪਹਿਲਾਂ ਹੁੰਦੇ ਰਹੇ ਹਾਂ। ਅੱਜ ਆਪਾਂ ਪ੍ਰਭੂ ਦੀ ਉਸ ਕੁਰਬਾਨੀ ਨੂੰ ਯਾਦ ਕਰਾਂਗੇ ਤੇ ਆਪਣੇ ਦਿਮਾਗ ਦੇ ਵਿੱਚ ਸੋਚਾਂਗੇ ਕਿ ਪ੍ਰਭੂ ਨੂੰ ਮਾਰਨ ਵਾਲੇ ਉਹ ਸੋਲਜਰ ਨਹੀਂ ਸੀਗੇ, ਉਹ ਅਸੀਂ ਸੀਗੇ। ਤੇ ਅੱਜ ਅਸੀਂ ਆਪਣੇ ਪਾਪ ਨੂੰ ਇੱਥੇ ਛੱਡ ਕੇ ਆਪਣੀ ਜ਼ਿੰਦਗੀ ਨੂੰ ਚੇਂਜ ਕਰਕੇ ਨਵਾਂ ਜੀਵਨ ਪਾ ਕੇ ਇੱਥੋਂ ਜਾਵਾਂਗੇ। ਹਾਲੇਲੂਇਆ ਜੀ। ਪ੍ਰਭੂ ਭੋਜ ਦਿੱਤਾ ਜਾਵੇ। ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ
ਅੱਖਾਂ ਨੂੰ ਬੰਦ ਕਰਕੇ ਇੱਕ ਵਾਰੀ ਸੋਚੋ ਉਹ ਕਿਹੜਾ ਪਾਪ ਆ ਜਿਹੜਾ ਤੁਹਾਨੂੰ ਪ੍ਰਭੂ ਤੋਂ ਦੂਰ ਕਰਦਾ ਆ। ਉਸ ਪਾਪ ਨੂੰ ਸੋਚੋ ਇੱਕ ਵਾਰੀ। ਉਸ ਪਾਪ ਨੂੰ ਆਪਣੀਆਂ ਅੱਖਾਂ ਮੂਹਰੇ ਲੈ ਕੇ ਆਓ ਜਿਹੜਾ ਤੁਸੀਂ ਛੱਡਣਾ ਤਾਂ ਚਾਹੁੰਦੇ ਹੋ ਪਰ ਤੁਸੀਂ ਛੱਡ ਨਹੀਂ ਪਾ ਰਹੇ। ਉਸ ਪਾਪ ਨੂੰ ਸੋਚੋ। ਉਹ ਵੱਡੇ ਤੋਂ ਵੱਡਾ ਪਾਪ, ਸਭ ਤੋਂ ਵੱਡਾ ਪਾਪ ਵਿਭਚਾਰ ਆ। ਪ੍ਰਭੂ ਦੀ ਨਿਗਾਹ ਦੇ ਵਿੱਚ ਵਿਭਚਾਰ ਸਭ ਤੋਂ ਵੱਡਾ ਪਾਪ ਆ। ਤੇ ਛੋਟੇ ਤੋਂ ਛੋਟਾ ਪਾਪ ਜਿਹੜਾ ਤੁਹਾਨੂੰ ਸਵਰਗ ਤੋਂ ਬਾਹਰ ਕੱਢ ਸਕਦਾ ਆ, ਉਹ ਚੁਗਲੀ ਵੀ ਹੋ ਸਕਦਾ, ਨਿੰਦਿਆ ਵੀ ਹੋ ਸਕਦਾ, ਕ੍ਰੋਧ, ਵੈਰ, ਉਹ ਕੁਛ ਵੀ ਇਦਾਂ ਦਾ ਹੋ ਸਕਦਾ ਆ। ਉਹਨੂੰ ਅੱਜ ਸੋਚੀਏ, ਉਸ ਪਾਪ ਦੇ ਬਾਰੇ ਸੋਚੋ। ਤੁਹਾਡੀ ਲਾਈਫ ਦੇ ਵਿੱਚ ਕਿਹੜਾ ਪਾਪ ਆ? ਅੱਜ ਆਪਣੇ ਸਿਰਾਂ ਨੂੰ ਝੁਕਾ ਕੇ ਪਰਮੇਸ਼ਵਰ ਦੇ ਅੱਗੇ ਉਸ ਪਾਪ ਨੂੰ ਸੋਚੋ। ਇਹ ਸੋਚੋ ਕਿ ਅਗਰ ਅੱਜ ਅਸੀਂ ਉਸ ਪਾਪ ਤੋਂ ਰਿਪੈਂਟ ਕੀਤੇ ਬਿਨਾ, ਉਸ ਪਾਪ ਨੂੰ ਛੱਡੇ ਬਿਨਾ ਅਗਰ ਅੱਜ ਅਸੀਂ ਮਰ ਜਾਂਦੇ ਹਾਂ ਤਾਂ ਅੱਜ ਅਸੀਂ ਕਿੱਥੇ ਜਾਵਾਂਗੇ? ਕੀ ਅਸੀਂ ਸਵਰਗ ਦੇ ਵਿੱਚ, ਕੀ ਸਾਡੀ ਲਾਈਫ ਅੱਜ ਇੱਦਾਂ ਦੀ ਹੈ ਕਿ ਅਸੀਂ ਥੋੜਾ ਘੱਟ ਕਰ ਦਿਓ ਆਵਾਜ਼, ਕਿ ਅਸੀਂ ਸਵਰਗ ਦੇ ਵਿੱਚ ਐਂਟਰ ਹੋ ਸਕਦੇ ਹਾਂ? ਅੱਜ ਦੀ ਲਾਈਫ, ਜੋ ਅੱਜ ਦੀ ਸਾਡੀ ਲਾਈਫ ਆ, ਕਿ ਅੱਜ ਦੀ ਲਾਈਫ ਦੇ ਦੁਆਰਾ ਅਸੀਂ ਸਵਰਗ ਦੇ ਵਿੱਚ ਐਂਟਰ ਹੋ ਸਕਦੇ ਹਾਂ? ਜਾਂ ਅੱਜ ਹੀ ਜੇ ਪ੍ਰਭੂ ਆ ਜਾਣ, ਅੱਜ ਰੈਪਚਰ ਹੋ ਜਾਵੇ, ਕਿ ਅਸੀਂ ਹੈਲ ਦੇ ਵਿੱਚ ਆ ਜਾਂ ਹੈਵਨ ਦੇ ਵਿੱਚ ਆ? ਸਭ ਤੋਂ ਪਹਿਲਾਂ ਅਗਰ ਤੁਸੀਂ ਆਪਣੀ ਲਾਈਫ ਪ੍ਰਭੂ ਨੂੰ ਨਹੀਂ ਦਿੱਤੀ, ਅਗਰ ਤੁਸੀਂ ਤੌਬਾ ਨਹੀਂ ਕੀਤੀ, ਅਗਰ ਤੁਸੀਂ ਤੌਬਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਅੱਗੇ ਆ ਸਕਦੇ ਹੋ। ਤੁਸੀਂ ਤੌਬਾ ਕਰ ਸਕਦੇ ਹੋ, ਤੁਸੀਂ ਪ੍ਰਭੂ ਨੂੰ ਆਪਣੀ ਲਾਈਫ ਦੇ ਸਕਦੇ ਹੋ। ਅਗਰ ਤੁਸੀਂ ਅੱਗੇ ਨਹੀਂ ਆਉਣਾ ਚਾਹੁੰਦੇ ਤੇ ਆਪਾਂ ਸਾਰੇ ਮਿਲ ਕੇ ਅੱਜ ਇੱਕ ਵਾਰੀ ਫਿਰ ਮੈਂ ਕਹਿੰਦਾ ਤੌਬਾ ਕਰੀਏ। ਤੁਸੀਂ ਪਹਿਲਾਂ ਹੋ ਸਕਦਾ ਤੌਬਾ ਵੀ ਕੀਤੀ ਹੋਵੇ, ਤੁਸੀਂ ਬਪਤਿਸਮਾ ਵੀ ਲਿਆ ਹੋਵੇ, ਪਰ ਅੱਜ ਆਪਾਂ ਸਾਰੇ ਮਿਲ ਕੇ ਇੱਕ ਵਾਰੀ ਤੌਬਾ ਕਰੀਏ। ਸਾਰੇ ਮੇਰੇ ਨਾਲ ਕਹੀਏ, ਪ੍ਰਭੂ ਪਰਮੇਸ਼ਵਰ, ਮੈਂ ਆਪਣੇ ਗੁਨਾਹਾਂ ਨੂੰ ਤੁਹਾਡੇ ਅੱਗੇ ਮੰਨ ਲੈਂਦਾ ਹਾਂ ਤੇ ਪਰਮੇਸ਼ਵਰ ਮੈਂ ਨਿਸ਼ਚੈ ਕਰਦਾ ਹਾਂ ਕਿ ਮੈਂ ਆਪਣੇ ਪਾਪਾਂ ਨੂੰ ਅੱਜ ਛੱਡ ਦਿੰਦਾ ਹਾਂ। ਮੈਂ ਪਰਮੇਸ਼ਵਰ ਤੌਬਾ ਕਰਦਾ ਹਾਂ ਅਤੇ ਮੈਂ ਡਿਕਲੇਅਰ ਕਰਦਾ ਹਾਂ ਕਿ ਮੈਂ ਅੱਜ ਤੋਂ ਬਾਅਦ 'ਚੋਂ ਪਾਪ ਨਹੀਂ ਕਰਾਂਗਾ। ਪ੍ਰਭੂ ਜੀ, ਮੈਂ ਆਪਣੇ ਦਿਲ ਦੇ ਵਿੱਚ ਬਿਲੀਵ ਕਰਦਾ ਹਾਂ ਕਿ ਪ੍ਰਭੂ ਯਿਸੂ ਮੇਰੇ ਲਈ ਮਾਰਿਆ ਗਿਆ, ਸਲੀਬ ਉੱਤੇ ਟੰਗਿਆ ਗਿਆ, ਧਰਤੀ ਦੇ ਵਿੱਚ ਦਫਨਾ ਦਿੱਤਾ ਗਿਆ ਤੇ ਤੀਜੇ ਦਿਨ ਜ਼ਿੰਦਾ ਹੋ ਗਿਆ। ਪ੍ਰਭੂ ਜੀ, ਮੈਂ ਆਪਣੇ ਮੂੰਹ ਤੋਂ ਇਕਰਾਰ ਕਰਦਾ ਹਾਂ ਕਿ ਅੱਜ ਤੋਂ ਬਾਅਦ ਵਿੱਚ ਤੁਸੀਂ ਹੀ ਮੇਰੇ ਪ੍ਰਭੂ ਹੋ। ਮੈਂ ਤੁਹਾਡੀ ਹੀ ਉਪਾਸਨਾ ਕਰਾਂਗਾ। ਮੇਰੀ ਜ਼ਿੰਦਗੀ ਦੇ ਵਿੱਚ ਤੁਹਾਡੇ ਤੋਂ ਇਲਾਵਾ ਕੋਈ ਦੇਵੀ ਦੇਵਤਾ ਨਹੀਂ ਹੋਵੇਗਾ, ਪਰ ਪ੍ਰਭੂ ਯਿਸੂ ਮੇਰਾ ਮੁਕਤੀ ਦਾਤਾ ਤੇ ਮੇਰਾ ਪ੍ਰਭੂ ਤੇ ਮੇਰਾ ਪਰਮੇਸ਼ਵਰ ਹੋਵੇਗਾ। ਹਾਲੇਲੂਇਆ, ਇਨ ਦ ਨੇਮ ਆਫ ਜੀਸਸ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਲਾਰਡ। ਪਰਮੇਸ਼ਵਰ ਦਾ ਧੰਨਵਾਦ ਕਰੀਏ। ਅਗਰ ਤੁਸੀਂ ਆਪਣੇ ਸੱਚੇ ਮਨ ਤੋਂ ਅੱਜ ਤੌਬਾ ਕਰ ਲਈ ਆ ਤੇ ਤੁਸੀਂ ਪਾਪ ਨੂੰ ਛੱਡ ਦਿੱਤਾ ਆ ਤੇ ਪਰਮੇਸ਼ਵਰ ਨਾਲ ਵਾਅਦਾ ਕੀਤਾ ਹੈ ਕਿ ਤੁਸੀਂ ਪਾਪ ਨਹੀਂ ਕਰੋਗੇ, ਤੇ ਪਰਮੇਸ਼ਵਰ ਦਾ ਦਾਸ ਹੋਣ ਦੇ ਨਾਤੇ ਤੁਹਾਡੇ ਜਿਹੜੇ ਪਾਪ, ਪ੍ਰਭੂ ਨੇ ਬਾਈਬਲ ਦੇ ਵਿੱਚ ਲਿਖਿਆ ਕਿ ਮੇਰਾ ਦਾਸ ਜੋ ਧਰਤੀ ਦੇ ਬੰਨ੍ਹ ਦੇਵੇਗਾ ਤਾਂ ਉਹ ਬੰਦ ਸਵਰਗ ਦੇ ਵਿੱਚ ਵੀ ਬੰਨ੍ਹ ਦਿੱਤਾ ਜਾਏਗਾ, ਤੇ ਮੇਰੇ ਦਾਸ ਜੋ ਧਰਤੀ ਦੇ ਖੋਲ ਦੇਣਗੇ ਉਹ ਸਵਰਗ ਦੇ ਵਿੱਚ ਵੀ ਖੋਲ ਦਿੱਤਾ ਜਾਏਗਾ। ਤੇ ਮੈਂ ਪਰਮੇਸ਼ਵਰ ਦਾ ਦਾਸ ਹੋਣ ਦੇ ਨਾਤੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਤੁਹਾਨੂੰ ਅੱਜ ਫ੍ਰੀ ਡਿਕਲੇਅਰ ਕਰਦਾ ਆ। ਤੁਹਾਡੇ ਪਾਪ, ਅਗਰ ਤੁਸੀਂ ਜੈਨੂਅਨਲੀ ਰਿਪੈਂਟ ਕੀਤਾ ਆ ਤੇ ਤੁਹਾਡੇ ਪਾਪ ਅੱਜ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮਾਫ ਕਰ ਦਿੱਤੇ ਗਏ ਆ। ਪ੍ਰਭੂ ਨੇ ਕਿਹਾ ਕਿ ਤੇਰੇ ਪਾਪ ਮਾਫ ਕਰ ਦਿੱਤੇ ਗਏ, ਜਾ ਅੱਗੇ ਤੋਂ ਪਾਪ ਨਾ ਕਰੀ। ਹਾਲੇਲੂਇਆ। ਸਾਰੇ ਪ੍ਰਭੂ ਭੋਜ ਨੂੰ ਖੋਲਾਂਗੇ, ਪਰਮੇਸ਼ਵਰ ਨੂੰ ਯਾਦ ਕਰਦੇ ਹੋਏ ਉਸ ਸਲੀਬ ਨੂੰ ਯਾਦ ਕਰੀਏ। ਮੈਂ ਅੱਜ ਉਹ ਨਹੀਂ ਕਰਾਂਗਾ ਜੋ ਆਪਾਂ ਨੋਰਮਲੀ ਕਰਦੇ ਆ, ਜੋ ਰੀਤ ਆ, ਪਰ ਅਸੀਂ ਅੱਜ ਆਪਣੇ ਮਨ ਦੇ ਵਿੱਚ ਇੱਕ ਪਿਕਚਰ ਬਣਾਵਾਂਗੇ ਜਦੋਂ ਪ੍ਰਭੂ ਯਿਸੂ ਨੂੰ ਸਲੀਬ ਦੇ ਉੱਤੇ ਲਟਕਾਇਆ ਹੋਇਆ ਆ। ਸਾਰੇ ਆਪਣੇ ਮਨ ਦੇ ਵਿੱਚ
ਉਹ ਤਸਵੀਰ ਬਣਾਵਾਂਗੇ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪ੍ਰਭੂ ਨੂੰ ਉਸ ਸਲੀਬ ਦੇ ਉੱਤੇ ਤੁਹਾਡੇ ਤੇ ਮੇਰੇ ਪਾਪਾ ਦਾ ਕਰਕੇ ਲਟਕਾਇਆ ਗਿਆ। ਪ੍ਰਭੂ ਦਾ ਉਹ ਬਦਨ ਤੋੜ ਦਿੱਤਾ ਗਿਆ ਤੁਹਾਡੇ ਤੇ ਮੇਰੇ ਕਰਕੇ। ਉਸ ਬਦਨ ਨੂੰ ਯਾਦ ਕਰਦੇ ਹੋਏ, ਪ੍ਰਭੂ ਦੀ ਦੇਹ ਨੂੰ ਯਾਦ ਕਰਦੇ ਹੋਏ, ਜਿਹੜੀ ਕਰੂਸ ਦੇ ਉੱਤੇ, ਉਸ ਸਲੀਬ ਦੇ ਉੱਤੇ ਲਟਕਾਈ ਹੋਈ ਸੀਗੀ, ਆਪਾਂ ਪ੍ਰਭੂ ਦਾ ਬਦਨ ਲਵਾਂਗੇ। ਸਭ ਉਸ ਨੂੰ ਲਈਏ, ਪਰਮੇਸ਼ਵਰ ਨੂੰ ਯਾਦ ਕਰਦੇ ਹੋਏ, ਪਰਮੇਸ਼ਵਰ ਨੂੰ ਯਾਦ ਕਰਦੇ ਹੋਏ, ਉਸ ਪਿਕਚਰ ਨੂੰ ਆਪਣੇ ਦਿਮਾਗ ਦੇ ਵਿੱਚ ਦੇਖਦੇ ਹੋਏ ਕਿ ਜਦੋਂ ਪ੍ਰਭੂ ਉਸ ਸਲੀਬ ਤੇ ਆ ਤੇ ਪ੍ਰਭੂ ਦੀ ਦੇਹ ਨੂੰ ਤੋੜਿਆ ਜਾ ਰਿਹਾ ਆ। ਹਾਲੇਲੂਇਆ, ਥੈਂਕ ਯੂ ਜੀਸਸ। ਪ੍ਰਭੂ ਦਾ ਧੰਨਵਾਦ ਕਰਦੇ ਹੋਏ ਇਸ ਨੂੰ ਖੋਲਾਂਗੇ। ਸਾਰੇ ਉਸ ਅੱਖਾਂ ਨੂੰ ਬੰਦ ਕਰਕੇ ਉਸ ਪਿਕਚਰ ਨੂੰ ਯਾਦ ਕਰਦੇ ਹੋਏ, ਜਦੋਂ ਪ੍ਰਭੂ ਦੀ ਪਸਲੀ ਦੇ ਵਿੱਚ ਨੇਜਾ ਮਾਰਿਆ ਗਿਆ, ਪ੍ਰਭੂ ਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ ਗਿਆ, ਤੁਹਾਡੇ ਤੇ ਮੇਰੇ ਪਾਪਾ ਲਈ ਉਹ ਪ੍ਰਭੂ ਦਾ ਲਹੂ ਵਹਾ ਦਿੱਤਾ ਗਿਆ। ਉਸ ਲਹੂ ਨੂੰ ਯਾਦ ਕਰਦੇ ਹੋਏ, ਆਪਣੇ ਪਾਪਾ ਦੀ ਮਾਫੀ ਮੰਗਦੇ ਹੋਏ, ਅਸੀਂ ਪ੍ਰਭੂ ਦੇ ਲਹੂ ਨੂੰ ਲਵਾਂਗੇ। ਹਾਲੇਲੂਇਆ। ਆਤਮਾ ਦੇ ਵਿੱਚ ਰਵਾਂਗੇ, ਆਪਣੀਆਂ ਅੱਖਾਂ ਨੂੰ ਬੰਦ ਕਰਕੇ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ। ਸਾਰੇ ਉੱਚੀ ਆਵਾਜ਼ ਦੇ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੀਏ ਕਿ ਪਰਮੇਸ਼ਵਰ ਨੇ ਤੁਹਾਡੇ ਪਾਪਾ ਦੇ ਲਈ, ਤੁਹਾਡੇ ਤੇ ਮੇਰੇ ਪਾਪਾ ਦੇ ਲਈ ਉਸ ਸਲੀਬ ਤੇ ਕੁਰਬਾਨੀ ਦੇ ਦਿੱਤੀ। ਧੰਨਵਾਦ ਕਰੀਏ ਪਰਮੇਸ਼ਵਰ ਦੇ ਉਸ ਬਲੀਦਾਨ ਲਈ ਜਿਹੜਾ ਤੁਹਾਡੇ ਤੇ ਮੇਰੇ ਲਈ ਪ੍ਰਭੂ ਨੇ ਦੇ ਦਿੱਤਾ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ ਜੀ। ਉੱਚੀ ਆਵਾਜ਼ ਦੇ ਵਿੱਚ ਪ੍ਰਭੂ ਨੇ ਤੁਹਾਡੇ ਲਈ ਲਹੂ ਬਹਾਇਆ ਆ। ਪ੍ਰਭੂ ਨੇ ਤੁਹਾਡੇ ਲਈ ਆਪਣੇ ਬਦਨ ਨੂੰ ਤੋੜ ਦਿੱਤਾ। ਪ੍ਰਭੂ ਨੇ ਉਸ ਮੌਤ ਨੂੰ ਜਿਹੜੀ ਤੁਹਾਡੇ ਤੇ ਮੇਰੇ ਤੇ ਆਉਣੀ ਸੀਗੀ, ਪ੍ਰਭੂ ਨੇ ਉਸ ਮੌਤ ਨੂੰ ਆਪਣੇ ਉੱਤੇ ਲੈ ਲਿਆ। ਉਸ ਮੌਤ ਨੂੰ ਯਾਦ ਕਰਦੇ ਹੋਏ ਪਰਮੇਸ਼ਵਰ ਦਾ ਧੰਨਵਾਦ ਕਰਦੇ ਹੋਈਏ। ਹਾਲੇਲੂਇਆ, ਹਾਲੇਲੂਇਆ। ਧੰਨਵਾਦ, ਧੰਨਵਾਦ, ਧੰਨਵਾਦ ਪਿਤਾ ਪਰਮੇਸ਼ਵਰ ਜੀ। ਤੁਹਾਡੀ ਮਹਿਮਾ, ਤੁਹਾਡਾ ਜਲਾਲ ਹੋਵੇ ਮੇਰੇ ਪਰਮੇਸ਼ਵਰ। ਤੁਹਾਡੀ ਮਹਿਮਾ ਹੋਵੇ, ਤੁਹਾਡਾ ਜਲਾਲ ਹੋਵੇ ਮੇਰੇ ਪਰਮੇਸ਼ਵਰ। ਤੁਹਾਡਾ ਧੰਨਵਾਦ ਹੋਵੇ ਮੇਰੇ ਪਰਮੇਸ਼ਵਰ। ਤੁਸੀਂ ਮੇਰੇ ਪਾਪਾ ਦੇ ਲਈ, ਹਾਲੇਲੂਇਆ, ਕਨਫੈਸ ਕਰੀਏ ਆਪਣੇ ਮੂੰਹ ਤੋਂ, ਪਰਮੇਸ਼ਵਰ ਤੁਸੀਂ ਮੇਰੇ ਪਾਪਾ ਦੇ ਲਈ ਤੁਸੀਂ ਉਹ ਕੁਰਬਾਨੀ ਦੇ ਦਿੱਤੀ ਮੇਰੇ ਪਰਮੇਸ਼ਵਰ ਜੀ। ਤੁਸੀਂ ਆਪਣਾ ਲਹੂ ਬਹਾ ਦਿੱਤਾ ਮੇਰੇ ਪਰਮੇਸ਼ਵਰ, ਮੇਰੇ ਪਾਪਾ ਦੇ ਲਈ। ਹਾਲੇਲੂਇਆ, ਮੇਰੀ ਚੰਗਿਆਈ ਦੇ ਲਈ ਮੇਰੇ ਪਰਮੇਸ਼ਵਰ ਤੁਸੀਂ ਲਹੂ ਬਹਾ ਦਿੱਤਾ। ਮੈਂ ਤੁਹਾਡਾ ਧੰਨਵਾਦ ਕਰਦਾ। ਉੱਚੀ ਆਵਾਜ਼ ਦੇ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੀਏ। ਹਾਲੇਲੂਇਆ, ਹਾਲੇਲੂਇਆ। ਧੰਨਵਾਦ, ਧੰਨਵਾਦ ਮੇਰੇ ਪਰਮੇਸ਼ਵਰ। ਹਾਲੇਲੂਇਆ, ਥੈਂਕ ਯੂ ਲਾਰਡ। ਤੁਹਾਡੇ ਲਹੂ ਦੀ ਜੈ ਹੋਵੇ ਮੇਰੇ ਪਰਮੇਸ਼ਵਰ। ਤੁਹਾਡੇ ਲਹੂ ਦੀ ਜੈ ਮੇਰੇ ਪਰਮੇਸ਼ਵਰ। ਤੁਹਾਡਾ ਧੰਨਵਾਦ ਹੋਵੇ, ਤੁਹਾਡਾ ਧੰਨਵਾਦ ਹੋਵੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਡਿਕਲੇਅਰ ਕਰਾਂਗੇ ਅੱਜ, ਤੁਸੀਂ ਮੇਰੇ ਨਾਲ ਡਿਕਲੇਅਰ ਕਰੋਗੇ, ਤੁਸੀਂ ਮੇਰੇ ਨਾਲ ਡਿਕਲੇਅਰ ਕਰੋਗੇ ਤੇ ਤੁਸੀਂ ਆਪਣੇ ਪਾਪਾ ਤੋਂ ਮਾਫੀ ਲੈ ਲਈ ਆ। ਡਿਕਲੇਅਰ ਕਰੋ, ਮੇਰੇ ਪਾਪ ਮਾਫ ਕਰ ਦਿੱਤੇ ਗਏ ਆ। ਪ੍ਰਭੂ ਦੇ ਲਹੂ ਦੇ ਦੁਆਰਾ ਮੇਰੇ ਪਾਪ ਮਾਫ ਕਰ ਦਿੱਤੇ ਗਏ। ਪ੍ਰਭੂ ਦੇ ਲਹੂ ਦੇ ਦੁਆਰਾ, ਪ੍ਰਭੂ ਦੇ ਲਹੂ ਬਹਾਉਣ ਦੇ ਦੁਆਰਾ ਮੇਰੇ ਪਾਪ ਮਾਫ ਕਰ ਦਿੱਤੇ ਗਏ ਆ। ਹਾਲੇਲੂਇਆ, ਧੰਨਵਾਦ, ਧੰਨਵਾਦ, ਧੰਨਵਾਦ।